ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ। ਪਿਛਲੇ ਕਾਫੀ ਦਿਨਾਂ ਤੋਂ ਅਸੀਂ BC ਚੋਣਾਂ ਬਾਰੇ ਗੱਲਬਾਤ ਕੀਤੀ ਹੈ। ਚੋਣਾਂ ਦੇ ਨਤੀਜੇ ਲਗਭਗ ਆ ਚੁੱਕੇ ਨੇ। ਕੁਝ ਸੀਟਾਂ ਹੈ ਜਿਨ੍ਹਾਂ ਦੇ ਉੱਤੇ ਫੇਰ ਬਦਲ ਹੋ ਸਕਦਾ, ਬਹੁਤੀਆਂ ਸੀਟਾਂ ਦੇ ਉੱਤੇ ਨਤੀਜੇ ਤੈਅ ਨੇ। ਨਤੀਜੇ ਥੋੜ੍ਹੇ ਬਹੁਤੇ ਇੱਧਰ ਉੱਧਰ ਹੋ ਵੀ ਜਾਣਾ, NDP ਦੀ ਸਰਕਾਰ ਬਣਨਾ ਤੈਅ ਆ, ਇਹ ਗੱਲ ਪੱਕੀ ਹੋ ਚੁੱਕੀ ਹੈ। ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਕਿ ਇਹਦੇ ਤੋਂ ਬਾਅਦ ਹੁਣ ਨਤੀਜਿਆਂ ਦਾ ਵਿਸ਼ਲੇਸ਼ਣ ਕਿੱਦਾਂ ਕੀਤਾ ਜਾ ਸਕਦਾ, ਜਿਹਨਾਂ ਨਤੀਜਿਆਂ ਨੂੰ ਅਸੀਂ ਕਿੱਦਾਂ ਦੇਖਦੇ ਹਾਂ। ਜਿਹੜੇ ਨਤੀਜੇ ਆਏ ਆ ਆਸ਼ੇ ਮੁਤਾਬਕ ਆਏ ਆ, ਇਹਦਾ ਆਉਣ ਵਾਲੇ ਸਮੇਂ ਦੇ ਵਿੱਚ NDP ਦੀ ਸਰਕਾਰ ਜਿਹੜੀ ਲੋਕਾਂ ਨੇ ਇੱਕ ਸਥਾਪਤੀ ਸਟੇਬਿਲਿਟੀ ਦੇ ਹੱਕ ਵਿੱਚ ਆਪਣੀ ਵੋਟ ਪਾਈ ਆ ਕਿ ਸਾਨੂੰ ਇੱਕ ਸਟੇਬਲ ਗਵਰਨਮੈਂਟ ਚਾਹੀਦੀ ਆ, ਇਸ ਗੱਲ ਨੂੰ ਲੈ ਕੇ ਜਿਹੜੀ ਲੋਕਾਂ ਨੇ ਆਪਣੀ ਵੋਟ ਪਾਈ ਆ, ਉਹਦੇ ਇਸ ਪੈਂਡੈਮਿਕ ਦੇ ਵਿੱਚ ਕੀ ਮਾਇਨੇ ਨੇ ਇਸ ਵੇਲੇ, ਜਦੋਂ ਕਿ ਹਾਲਾਤ ਇਹ ਬਣ ਰਹੇ ਆ ਕਿ ਕੋਵਿਡ ਦੇ ਕੇਸਿਸ ਲਗਾਤਾਰ ਵੱਧ ਰਹੇ ਆ। ਉਸ ਵੇਲੇ ਇਸ ਵੇਲੇ ਸਰਕਾਰ ਕੋਲੋਂ ਕੀ ਆਸ ਰੱਖੀ ਜਾ ਸਕਦੀ ਆ। ਵਿਰੋਧੀ ਪਾਰਟੀ ਐਂਡਰਿਊ ਵਿਲਕਨਸਨ ਅੱਜ ਰਿਜ਼ਾਈਨ ਕਰ ਗਏ ਆ। ਉਹਨਾਂ ਦਾ ਆਉਣ ਵਾਲੀ ਰਾਜਨੀਤੀ ਦੇ ਉੱਤੇ ਲਿਬਰਲ ਪਾਰਟੀ ਦਾ ਕੀ ਬਣਦਾ, ਕਿਹੜਾ ਉਹਨਾਂ ਦਾ ਲੀਡਰ ਚੁਣਿਆ ਜਾਂਦਾ, ਕਦੋਂ ਚੁਣਿਆ ਜਾਂਦਾ, ਉਹਦਾ BC ਦੀ ਰਾਜਨੀਤੀ ਉੱਤੇ ਕੀ ਅਸਰ ਪੈਂਦਾ। ਬਹੁਤ ਸਾਰੇ ਪੰਜਾਬੀ ਚੁਣੇ ਗਏ ਆ ਸਾਡੇ, ਇਹਦੇ ਵਿੱਚ ਕੁਝ ਕੁ ਪੰਜਾਬੀ ਜਿਹੜੇ ਚੁਣੇ ਜਾ ਸਕਦੇ ਆ। ਅਜੇ ਕੁਛ ਕੁ ਸੀਟ ਜਿਹੜੀ 1-2 ਸੀਟਾਂ ਹੈਗੀਆਂ ਜਿੱਥੇ ਥੋੜ੍ਹੇ ਜਿਹੇ ਸੈਂਕੜੇ ਦੀ ਗਿਣਤੀ ਦੇ ਵਿੱਚ ਵੋਟਾਂ ਨੇ। ਪਹਿਲੀ ਵਾਰੀ BC ਦੀ ਲੈਜਿਸਲੇਟਰ ਦੇ ਵਿੱਚ, ਪਹਿਲੀ ਵਾਰੀ ਅਸੈਂਬਲੀ ਦੇ ਵਿੱਚ ਕੋਈ ਦਸਤਾਰਧਾਰੀ ਸਿੱਖ ਅਮਨਦੀਪ ਸਿੰਘ ਕੋਈ ਇੱਥੋਂ ਪਹਿਲੀ ਵਾਰੀ 120 ਸਾਲਾਂ ਦੇ ਇਤਿਹਾਸ ਵਿੱਚ ਜਾ ਰਿਹਾ। ਇਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਲਈ ਵੀ ਇਹ ਜਿਹੜੀ ਚੋਣ ਆ ਇਤਿਹਾਸਿਕ ਤੌਰ ਦੇ ਉੱਤੇ ਯਾਦ ਰੱਖੀ ਜਾਊਗੀ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਲਈ। ਪੰਜਾਬੀਆਂ ਦੀ ਰਾਜਨੀਤੀ, ਇਹਦਾ ਹੁਣ ਕੀ, ਪੰਜਾਬੀਆਂ ਦੀ ਇਹਦੇ ਵਿੱਚ ਪਾਰਟੀਸਪੇਸ਼ਨ ਕਿੰਨੀ ਆ, ਜਾਂ ਓਵਰਆਲ ਸਾਰੀ ਰਾਜਨੀਤੀ ਦੇ ਕੀ ਨਤੀਜੇ ਰਹੇ ਆ ਇਹਨਾਂ ਚੋਣਾਂ ਦੇ, ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਡਾਕਟਰ ਗੋਬਿੰਦਰ ਸਿੰਘ ਧਾਲੀਵਾਲ ਹੋਣਾ ਨੂੰ, ਜਿਹੜੇ ਕਿ ਬੜੇ ਸਾਡੇ ਚੈਨਲ ਪੰਜਾਬੀ ਦੇ ਆਪਣੇ ਹੋਸਟ ਨੇ। ਉਹਨਾਂ ਦੇ ਨਾਲ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਆ ਕਿ ਇਹਨਾਂ ਚੋਣ ਨਤੀਜਿਆਂ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ, ਇਹਦੇ ਕਿਹੜੇ, ਜਿਹੜਾ ਮਤਲਬ ਕੁਛ ਕੁ ਪੁਆਇੰਟ ਕਿਹੜੇ ਸਾਡੇ ਸਾਹਮਣੇ ਆਉਂਦੇ ਆ। ਹੁਣ ਜਦੋਂ ਸਾਡੇ ਕੋਲ ਨਤੀਜੇ ਲਗਭਗ ਆ ਚੁੱਕੇ ਆ ਤਾਂ ਕਿਹੜੀਆਂ ਉੱਭਰਵੀਆਂ 5-7 ਗੱਲਾਂ ਆ ਜਿਹੜੀਆਂ ਇਸ ਇਲੈਕਸ਼ਨ ਦੇ ਵਿੱਚੋਂ ਸਾਹਮਣੇ ਆਉਂਦੀਆਂ, ਜਾਂ ਜਿਹੜੇ ਸਾਰੇ ਰੌਲੇ ਗੋਲੇ ਦੇ ਵਿੱਚੋਂ ਨਿਤਾਰ ਕੇ ਦੇਖੀਆਂ ਜਾ ਸਕਦੀਆਂ। ਡਾਕਟਰ ਗੁਰਵਿੰਦਰ ਸਿੰਘ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਕਿਹੜੀਆਂ ਨੇ, ਉਹਨਾਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜਸਕਰਨ ਸਿੰਘ ਜੀ, ਤੁਹਾਡਾ ਤੇ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਜੀ। ਜੀ ਡਾਕਟਰ ਸਾਹਿਬ, ਕੀ ਦੇਖਦੇ ਹੋ ਤੁਸੀਂ ਇਸ ਇਲੈਕਸ਼ਨ ਦੇ ਵਿੱਚ? ਹੁਣ ਹਾਲਾਂਕਿ NDP ਦੀ ਸਰਕਾਰ ਬਣਨੀ ਤੈਅ ਆ, ਕੀ ਲੱਗਦਾ ਜੀ 5-7 ਨੁਕਤੇ ਕਿਹੜੇ ਇਸ ਇਲੈਕਸ਼ਨ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਆ ਤੁਹਾਡੇ ਹਿਸਾਬ ਨਾਲ? ਸਭ ਤੋਂ ਪਹਿਲਾਂ ਤਾਂ ਕਿਉਂਕਿ 42ਵੀਂ ਜਿਹੜੀ ਵਿਧਾਨ ਸਭਾ ਬੜੇ ਸੁੱਖ ਸ਼ਾਂਤ ਨਾਲ ਇਹ ਵੋਟਾਂ ਪਈਆਂ ਤੇ ਵਧਾਈ ਦੇ ਪਾਤਰ ਨੇ ਸਾਰੇ ਵੋਟਰ ਜੀ। ਵੈਸੇ ਅਸੀਂ ਇਸ ਗੱਲ ਤੇ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਜਿਹੜਾ ਬਹੁਤ ਵੱਡੀ ਇਹ ਪ੍ਰਾਪਤੀ ਹੈ, ਜਿਨ੍ਹਾਂ ਨੇ ਸੰਘਰਸ਼ ਕੀਤਾ, 40 ਸਾਲ ਦਾ ਸੰਘਰਸ਼, ਵੋਟ ਦਾ ਹੱਕ ਮਿਲਿਆ, ਜਿਨ੍ਹਾਂ ਦੇ ਵਿੱਚੋਂ 1907 ਤੋਂ ਲੈ ਕੇ 1947 ਤੱਕ ਇਹ ਸੰਘਰਸ਼ ਚੱਲਿਆ। ਸੋ ਇਹ ਵੋਟ ਦੇ ਹੱਕ ਦੇ ਨਾਲ ਅੱਜ ਅਸੀਂ ਇਸ ਕਾਬਲ ਹੋਏ ਹਾਂ ਕਿ ਕੈਨੇਡਾ ਦੇ ਸੂਬੇ ਦੇ ਵਿੱਚ ਜਿਸ ਵਿਧਾਨ ਸਭਾ ਦੇ ਵਿੱਚ ਕਈ ਤਰ੍ਹਾਂ ਦੇ ਕਾਲੇ ਕਾਨੂੰਨ ਵੀ ਉਸ ਵੇਲੇ ਪਾਸ ਕੀਤੇ ਗਏ, ਜਿੱਥੇ ਕਿ ਕੰਟੀਨਿਊਸ ਜਰਨੀ ਦੀ ਗੱਲ ਹੋਈ, ਜਿੱਥੇ ਹੌਂਡਰਸ ਭੇਜਣ ਦੀਆਂ ਚਰਚਾਵਾਂ ਸਨ, ਜਿੱਥੋਂ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਮੋੜਿਆ ਗਿਆ, ਉਹ ਸਾਰੇ ਜਿੱਥੇ ਫੈਸਲੇ ਹੋਏ, ਜਿੱਥੇ ਵੋਟ ਦਾ ਹੱਕ ਖੋਇਆ ਗਿਆ, ਉਸੇ ਵਿਧਾਨ ਸਭਾ ਦੇ ਵਿੱਚ ਅੱਜ ਤੁਸੀਂ ਜਿਵੇਂ ਦੱਸਿਆ ਕਿ 120 ਸਾਲ ਦੇ ਇਸ ਸਫ਼ਰ ਦੇ ਦੌਰਾਨ ਜੇ ਅੱਜ ਇਤਿਹਾਸ ਦੀ ਗੱਲ ਕਰੀਏ ਕਿ ਪਹਿਲਾ ਦਸਤਾਰਧਾਰੀ ਸਿੱਖ ਨੌਜਵਾਨ ਵਕੀਲ ਪੇਸ਼ੇ ਵਜੋਂ ਪੜ੍ਹਿਆ ਲਿਖਿਆ ਸੂਝ-ਬੂਝ ਵਾਲਾ ਅਮਨਦੀਪ ਸਿੰਘ ਉਹ ਚੁਣਿਆ ਗਿਆ। ਅਤੇ ਅਮਨ ਸਿੰਘ ਦੀ ਚੋਣ ਇਸ ਵਿਧਾਨ ਸਭਾ ਦੇ ਵਿੱਚ ਹੋਈ ਹੈ, BC ਵਿਧਾਨ ਸਭਾ 'ਚ। ਇਹ ਰੰਗਦਾਰ ਭਾਈਚਾਰੇ ਲਈ ਵੀ, ਘੱਟ ਗਿਣਤੀਆਂ ਲਈ ਵੀ ਮਾਣ ਵਾਲੀ ਗੱਲ ਹੈ। ਅਤੇ ਕੁੱਲ 8 ਜਿਹੜੇ ਹੁਣ ਤੱਕ ਚੁਣੇ ਗਏ ਨੇ, ਜਿਨ੍ਹਾਂ ਦੇ ਵਿੱਚ ਸਾਡੇ ਵੱਖ-ਵੱਖ ਸਰੀ ਦੇ ਨਾਲ ਡੈਲਟਾ ਦੇ ਜਾਂ ਬਾਕੀ ਸ਼ਹਿਰਾਂ ਦੇ ਨੁਮਾਇੰਦੇ ਵੀ ਸ਼ਾਮਲ ਨੇ। ਸੋ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਮੁੱਖ ਤੌਰ 'ਤੇ ਜਿਹੜੇ ਪੱਖ ਰਹੇ, ਸਭ ਤੋਂ ਪਹਿਲਾਂ ਤਾਂ COVID-19 ਦੇ ਕਾਰਨ ਇਹ ਚੋਣ ਜਿਹੜੀ ਹੈ, ਜੋ NDP ਨੇ ਸੋਚ ਵਿਚਾਰ ਕੇ ਕੀਤੀ ਸੀ, ਜਾਂ ਉਸ ਦੇ ਜਿਹੜੇ ਨੀਤੀ ਘਾੜਿਆਂ ਨੇ ਕਿਹਾ ਸੀ ਕਿ ਇਹੀ ਮੌਕਾ ਹੈ ਕਿ ਲੋਹਾ ਗਰਮ ਹੈ ਅਤੇ ਸੱਟ ਮਾਰ ਦਿਓ, ਅਤੇ ਉਸ ਨੂੰ ਜਾਣਦੇ ਹੋਏ ਜੌਨ ਆਰਗਨ ਨੇ ਸੱਟ ਮਾਰੀ। ਹਾਲਾਂਕਿ ਲੋਕਾਂ ਨੇ ਵਿਰੋਧ ਵੀ ਕੀਤਾ, ਇਸ ਗੱਲ ਦੀ ਤਕਲੀਫ ਵੀ ਹੈ ਅੱਜ ਵੀ ਲੋਕਾਂ ਨੂੰ ਕਿ ਤਾਰੀਖ ਤੁਸੀਂ ਜਿਹੜੀ ਹੈ ਅਗਲੇ ਸਾਲ ਦੀ 16 ਅਕਤੂਬਰ ਦੀ ਮਿਤੀ, ਤੁਸੀਂ ਆਪ ਹੀ ਉਹ ਰੂਲ ਤੋੜਿਆ, ਇਹ ਗਲਤ ਗੱਲ ਹੈ। ਡਾਕਟਰ ਸਾਹਿਬ, ਇੱਕ ਜਿਹੜੀ ਇਸ ਗੱਲ ਦੇ ਬਾਰੇ ਵੀ ਦੋ ਰਾਵਾਂ ਆ। ਹਾਂਜੀ, ਹੁਣ ਕੀ ਸਮਝਿਆ ਜਾਵੇ ਵੀ ਲੋਕਾਂ ਨੇ ਤਾਂ ਇਸ ਗੱਲ ਦੇ ਹੱਕ 'ਚ ਫਤਵਾ ਦੇ ਦਿੱਤਾ,
ਜੀ ਜੇ ਲੋਕ ਇਹ ਸਮਝਦੇ ਕਿ ਇਹਨਾਂ ਨੇ ਗਲਤ ਸਮੇਂ ਤੇ ਇਲੈਕਸ਼ਨ ਕਾਲ ਕੀਤੀ ਆ ਤਾਂ ਵੋਟ ਲਿਬਰਲ ਨੂੰ ਪਾਉਣੀ ਚਾਹੀਦੀ ਸੀ, ਪਰ ਲੋਕਾਂ ਨੇ ਇਹਨਾਂ ਦੀ ਮੈਜੋਰਿਟੀ ਦੇ ਦਿੱਤੀ। ਇਹਦਾ ਦੂਜਾ ਅਰਥ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਆ ਉਹ ਇਹ ਲੈ ਰਹੇ ਆ ਕਿ ਲੋਕ ਅਸਲ ਦੇ ਵਿੱਚ ਸਟੇਬਲ ਸਰਕਾਰ ਚਾਹੁੰਦੇ ਸੀ। ਇਹ ਲੋਕਾਂ ਦੀ ਵੀ ਮੰਗ ਸੀ ਕਿ ਸਾਨੂੰ ਇੱਕ ਚੰਗੀ ਜਿਹੜੀ ਸਟੇਬਲ ਸਰਕਾਰ ਆਪਣੇ ਆਪ ਫੈਸਲੇ ਲੈਣ ਵਾਲੀ ਆ ਉਹ ਦਿੱਤੀ ਜਾਵੇ, ਤੇ ਲੋਕਾਂ ਨੇ ਇਹ ਚੁਣੀ। ਬਿਲਕੁਲ ਜੀ, ਇਹ ਤਾਂ ਨੀਤੀ ਘਾੜਿਆਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਹਵਾ ਤੁਹਾਡੇ ਹੱਕ 'ਚ ਹੈ, ਤੁਹਾਡੀ ਪਰਫਾਰਮੈਂਸ ਕੋਵਿਡ-19 'ਚ ਵਧੀਆ ਰਹੀ ਹੈ, ਇਸ ਹਾਲਾਤ ਦੇ ਵਿੱਚ ਤੁਸੀਂ ਕੰਮ ਵਧੀਆ ਕੀਤਾ। ਜਾਂ ਕੁਝ ਗੱਲਾਂ 'ਤੇ ਕ੍ਰਿਟਿਸਿਜ਼ਮ ਵੀ ਆ, ਉਹ ਵੱਖਰੀ ਗੱਲ ਹੈ, ਪਰ ਸਵਾਲ ਇਹ ਹੈ ਕਿ ਕੀ ਹਵਾ ਦੇ ਰੁੱਖ ਨੂੰ ਦੇਖ ਕੇ ਆਪਣੇ ਜਿਹੜੇ ਲਏ ਹੋਏ ਖੁਦ ਦੇ ਫੈਸਲੇ ਬਦਲ ਦੇਣੇ ਚਾਹੀਦੇ ਨੇ? ਸਵਾਲ ਕਹਿੰਦੇ ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਹੈ। ਪਿਰਤ ਭਾਈ ਤੁਸੀਂ ਅੱਜ ਵੋਟਰ ਤੁਹਾਡੇ ਹੱਕ 'ਚ ਨੇ, ਉਹ ਤਾਂ ਹੁਣੇ ਸੀ, ਇਹ ਗੱਲ ਤਾਂ ਯਕੀਨਨ ਤੌਰ 'ਤੇ ਹੈ। ਜਿਵੇਂ ਤੁਹਾਡਾ ਸਵਾਲ ਮੁੱਦਾ ਬੜਾ ਮਹੱਤਵਪੂਰਨ ਹੈ, ਫਿਰ ਲੋਕਾਂ ਨੇ ਵੋਟ ਕਿਉਂ ਨਹੀਂ ਪਾਈ? ਲੋਕਾਂ ਨੇ ਤਾਂ ਵੋਟ ਪਾਉਣੀ ਹੀ ਸੀ, ਵੋਟਾਂ ਪਵਾਈਆਂ ਹੀ ਤਾਂ ਉਹਨਾਂ ਨੇ, ਅਦਰਵਾਈਜ਼ ਚੋਣਾਂ ਕਰਵਾਉਣੀਆਂ ਨਹੀਂ ਸੀ। ਤੁਸੀਂ ਇਹ ਦੇਖੋ, ਜਿਹੜੇ 3 ਸਾਲ ਦਾ ਸਮਾਂ, ਕੀ ਸਰਕਾਰ ਡਿੱਗਣ ਦੇ ਕੋਈ ਅਸਾਰ ਬਣੇ? ਕੋਈ ਇਹੋ ਜਿਹਾ ਮੌਕਾ ਆਇਆ ਜਦੋਂ ਕੋਈ ਖਤਰਨਾਕ ਖੇਡ ਸੀ? ਪਰ ਨਹੀਂ, ਸਾਰਾ ਕੁਝ ਠੀਕ ਠਾਕ ਚੱਲ ਗਿਆ ਸੀ। ਬਲਕਿ ਇਹ ਵੀ ਗੱਲ ਹੈ ਕਿ ਲੋਕ ਇਸ ਵੇਲੇ ਇਸ ਗੱਲ ਦੇ ਪ੍ਰਤੀ ਸੀ ਕਿ 1 ਸਾਲ ਵੀ ਸੌਖਾ ਲੰਘ ਜਾਣਾ, ਕੋਈ ਵੱਡੀ ਆਫਤ ਨਹੀਂ ਆਉਣ ਵਾਲੀ। ਰਹੀ ਗੱਲ ਮੈਜੋਰਟੀ ਦੀ, ਇਹ ਵੀ ਦੋਰਾਮਾ ਨੇ। ਇਹ ਕੁਛ ਇੱਕ ਤਾਂ ਕਿਉਂਕਿ ਇਹ ਗੱਲ ਆਮ ਚਰਚਾ ਚੱਲਦੀ ਹੈ ਕਿ ਜਦੋਂ ਮਿਨੋਰਟੀ ਸਰਕਾਰ ਹੋਵੇ ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧਦੀਆਂ, ਆਪੋਜੀਸ਼ਨ ਤਕੜੀ ਹੋਵੇ ਤਾਂ ਉਸ ਵੇਲੇ ਫੈਸਲੇ ਲੈਣ ਦੇ ਵਿੱਚ ਸ਼ਮੂਲੀਅਤ ਵਿਰੋਧੀ ਖਿਆਲਾਂ ਦੀ ਵੀ ਹੁੰਦੀ ਹੈ, ਪਰ ਕਲੀਅਰ ਮੈਜੋਰਟੀ ਹੈ ਉਹ ਬਹੁਤੀ ਲਾਹੇਵੰਦ ਨਹੀਂ ਹੁੰਦੀ। ਪਰ ਹੁਣ ਜੇ ਹੋ ਹੀ ਗਿਆ ਤਾਂ ਜਿਹੜੇ ਨੁਕਤਿਆਂ ਦੀ ਤੁਸੀਂ ਗੱਲ ਕੀਤੀ, ਮੈਨੂੰ ਲੱਗਦਾ ਹੁਣ ਇਸ ਵੇਲੇ ਸੂਈ ਦੇ ਨੱਕੇ 'ਚੋਂ ਦੀ ਕੱਢਣਾ ਚਾਹੀਦਾ ਸਰਕਾਰ ਨੂੰ, ਲੋਕਾਂ ਨੂੰ, ਕਿ ਹਾਂ ਹੁਣ ਵੱਡੇ ਜਿਹੜੇ ਵਾਅਦੇ ਕੀਤੇ ਆ, ਆਓ ਇਹਨਾਂ ਵਾਅਦਿਆਂ ਨੂੰ ਨਿਭਾਓ, ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਅਸੀਂ ਜ਼ਰੂਰ ਲੈਣਾ। ਉਹ ਕਹਿੰਦੇ ਵੀ NDP ਨੇ ਪਿਛਲੇ ਸਮੇਂ ਦੇ ਵਿੱਚ ਦੱਸਦੇ ਆ ਕਿ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ, ਚਾਹੇ ਮਿਨੀਮਮ ਵੇਜ ਵਧਾਉਣਾ ਸੀ, ਚਾਹੇ ਟੋਲ ਹਟਾਉਣੇ ਸੀ, ਜਾਂ ਉਹਨਾਂ ਨੇ MSP ਖਤਮ ਕਰਨਾ ਸੀ, ਇਹ ਸਾਰੇ ਵਾਅਦੇ ਉਹਨਾਂ ਨੇ ਪੂਰੇ ਕੀਤੇ ਆ। ਤੇ ਉਸ ਰੈਕਡ ਨੂੰ ਦੇਖ ਕੇ ਲੱਗਦਾ ਵੀ ਅਗਲੇ ਸਮੇਂ ਦੇ ਵਿੱਚ ਵੀ ਇਹ ਵਾਅਦੇ ਕਰ ਲੈਣਗੇ। ਜਦੋਂ ਮਾਈਨੋਰਿਟੀ ਗਵਰਨਮੈਂਟ ਸੀ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਇਹ ਗੱਲ ਠੀਕ ਆ ਕਿ ਜਦੋਂ ਜਿਹੜੀ ਅਪੋਜੀਸ਼ਨ ਉਹ ਸਟਰੋਂਗ ਹੋਵੇ ਡੈਮੋਕ੍ਰੇਸੀ ਦੇ ਵਿੱਚ, ਉਹ ਚੰਗਾ ਹੁੰਦਾ ਲੋਕਾਂ ਦੇ ਲਈ। ਪਰ ਹੁਣ ਜਿਹੜੀ ਗੱਲ NDP ਕਹਿ ਰਹੀ ਸੀ ਔਰ ਉਸੇ ਨੂੰ ਉਹਨਾਂ ਨੇ ਪ੍ਰੋਜੈਕਟ ਵੀ ਕੀਤਾ ਸੀ, ਉਹਦੇ 'ਚੋਂ ਕਾਮਯਾਬ ਹੋ ਗਏ ਆ। ਕੀ ਇਹ ਸਟੇਬਲ ਸਰਕਾਰ ਜ਼ਿਆਦਾ ਚੰਗੀ ਹੈ ਜਾਂ ਪਹਿਲੀ ਮਾਈਨੋਰਿਟੀ ਵਾਲੀ ਇਹਨਾਂ ਦੀ ਜ਼ਿਆਦਾ ਚੰਗੀ ਸੀ? ਤੁਹਾਡੀ ਨਜ਼ਰ 'ਚ ਕੀ ਸਹੀ ਸੀ? ਜਿਹੜਾ ਤਾਂ ਪਿਛਲਾ, ਜਿਵੇਂ ਤੁਸੀਂ ਵੇਰਵੇ ਦਿੱਤੇ ਨੇ, ਕੁਝ ਅੰਕੜੇ ਦਿੱਤੇ ਨੇ, ਉਹ ਉਸ ਦੀ ਕਾਮਯਾਬੀ ਦਾ ਕਾਰਨ ਬਣੇ ਨੇ। ਕੁਝ ਐਸੇ ਅੰਕੜੇ ਵੀ ਨੇ ਜਿੱਥੇ ਉਹ ਫੇਲ ਹੋਏ ਨੇ। ਕਈ ਗੱਲਾਂ ਦੇ ਵਿੱਚ ਉਹਨਾਂ ਨੇ ਅਗਾਂਹ ਜਿਹੜੀਆਂ ਹੈ ਉਹ, ਜਿਵੇਂ ਸਰੀ ਹਸਪਤਾਲ ਦੀ ਗੱਲ ਹੈ, ਠੀਕ ਹੈ ਤੁਸੀਂ ਬਣਾਓਗੇ ਆਉਂਦੇ ਸਮੇਂ ਦੇ ਵਿੱਚ, ਕੁਝ ਮਾੜਾ ਮੋਟਾ ਕਦਮ ਚੁੱਕ ਲੈਂਦੇ। ਇਹ ਵੀ ਤਾਂ 3 ਸਾਲ ਸਨ। ਤੁਸੀਂ ਇਹ ਦੇਖੋ, ਜਿਹੜੇ ਲੋਕ ਆਪਣੇ ਵੱਲੋਂ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ 'ਚ ਨੇਟਿਵਸ ਲੋਕ ਨੇ, ਜੇ ਗੱਲ ਗੈਸ ਪਾਈਪਲਾਈਨ ਦੀ ਹੋਰ ਹੈ, ਤੁਹਾਡੀ ਇੱਕ ਵਾਤਾਵਰਨ ਪੱਖੀ ਸਰਕਾਰ ਹੈ, ਇਹ ਗੱਲਾਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਹਨ। ਇਹ ਨਹੀਂ ਕਿ ਜਿਹੜੇ ਨੇਟਿਵਸ ਲੋਕ ਜਾਂ ਘੱਟ ਗਿਣਤੀ ਜਾਂ ਭਾਈਚਾਰੇ ਅਬਰੀਜਨਲ ਨੇ ਉਹਨਾਂ ਨੂੰ ਇਗਨੋਰ ਕਰ ਦਿਓ। ਸੋ ਇਹ ਤਾਂ ਗੱਲਾਂ ਚਲੋ ਹੱਕ ਦੇ ਵਿੱਚ ਤੇ ਵਿਰੁੱਧ ਗਈਆਂ, ਪਰ ਕਿਉਂਕਿ ਬਹੁ ਗਿਣਤੀ ਕੀ ਮੰਗ ਕਰਦੀ ਹੈ, ਸਰਕਾਰਾਂ ਹਮੇਸ਼ਾ ਉਸ ਨੂੰ ਪਪੂਲਰ ਵੋਟ ਬੈਂਕ ਦੀ ਗੱਲ ਹੁੰਦੀ ਹੈ। ਪਰ ਜਿਹੜਾ ਕੁਝ ਉਹਨਾਂ ਨੇ ਅੱਗੇ ਕਰਨਾ, ਹੁਣ ਇੱਥੇ ਸਵਾਲ ਇਹ ਆਉਂਦਾ ਕਿ ਜਿਹੜਾ ਜੇ ਕਰਨਾ ਉਸ ਦੇ ਬਾਰੇ ਟਿੱਪਣੀ ਕਰਨੀ ਤਾਂ ਔਖੀ ਹੈ, ਪਰ ਇਹ ਹੈ ਕਿ ਜੇ ਲੋਕਾਂ ਦਾ ਤੁਸੀਂ ਵਿਸ਼ਵਾਸ ਜਿੱਤਣ ਦੀ ਗੱਲ ਕਰਦੇ ਹੋ, ਜੇ ਪਹਿਲਾਂ ਲੋਕਾਂ ਨੇ ਥੋੜ੍ਹਿਆਂ ਨੇ ਤੁਹਾਡੇ 'ਤੇ ਵਿਸ਼ਵਾਸ ਦੇ ਕੇ ਤੁਹਾਨੂੰ ਐਨ ਬਰਾਬਰ 'ਤੇ ਆ ਕੇ ਖੜਾ ਕੀਤਾ ਸੀ, 41-41 ਦੀ ਹਾਲਤ ਵੀ ਬਣ ਗਈ ਸੀ। ਅੱਜ ਜੇ ਲੋਕਾਂ ਨੇ ਬਹੁਤਾ ਵਿਸ਼ਵਾਸ ਦਿੱਤਾ, ਯਕੀਨਨ ਤੌਰ 'ਤੇ, ਜ਼ਾਹਰਾ ਤੌਰ 'ਤੇ ਹੁਣ ਤੁਹਾਨੂੰ ਉਹਨਾਂ ਦੇ ਸੁਪਨੇ ਪੂਰੇ ਕਰਨੇ ਪੈਣਗੇ। ਹੁਣ ਬਹੁਤ ਸਾਰੇ ਮਸਲੇ ਜਿਨ੍ਹਾਂ ਨੂੰ ਤੁਸੀਂ ਛੋਹਿਆ ਹੀ ਨਹੀਂ, ਜਿਨ੍ਹਾਂ ਦੀ ਗੱਲ ਹੀ ਨਹੀਂ ਕੀਤੀ, ਉਹਨਾਂ ਵੱਲ ਵੀ ਧਿਆਨ ਦਿਓ। ਬਹੁਤ ਸਾਰੇ ਲੋਕ ਨੇ ਜਿਹੜੇ ਮੰਗਾਂ ਕਰਦੇ ਨੇ ਕਿ ਉਹਨਾਂ ਨੂੰ ਚਾਹੇ ਟਰਾਂਸਪੋਰਟੇਸ਼ਨ, ਹਾਈਵੇ ਦੇ, ਐਗਰੀਕਲਚਰ ਸੈਕਟਰ ਦੇ, ਜਾਂ ਹੋਰ ਇਸ਼ੂ ਜਿਹੜੇ ਹਨ, ਜਾਂ ਪਰ ਕੈਪੀਟਾ ਇਨਕਮ ਕੋ ਓਵਰਆਲ ਤਰੱਕੀ ਜਾਂ ਸੂਬਾਈ ਜਿਹੜੀ ਆਰਥਿਕਤਾ ਮਜ਼ਬੂਤ ਕਰਨ ਲਈ, ਸਿਹਤ ਸੇਵਾਵਾਂ ਲਈ ਬਹੁਤ ਕੰਮ ਹੋਣੇ ਬਾਕੀ ਨੇ। ਸੋ ਉਮੀਦ ਇਹ ਕਰਦੇ ਹਾਂ ਕਿ ਇਹ ਕੰਮ ਵਧੀਆ ਕਰਨਗੇ। ਤੇ ਪਰ ਇਹ ਵੀ ਗੱਲ ਨਹੀਂ ਕਿ 55 ਤੋਂ 5 'ਤੇ ਆਉਣ ਨੂੰ ਸਮਾਂ ਨਹੀਂ ਲੱਗਦਾ। ਉੱਜਲ ਦਸਾਂਝ ਵੇਲੇ ਇਹ ਹੋ ਚੁੱਕਿਆ। ਇਹੀ NDPC ਇਹਦੀ ਬੜੀ ਚੜ੍ਹਤ ਸੀ, ਜਦੋਂ ਲੋਕਾਂ ਦੇ ਹੱਕ 'ਚ ਭੁਗਤਣ ਦੀ ਥਾਂ 'ਤੇ ਮਨਮਰਜ਼ੀਆਂ ਕਰਦੀ ਰਹੀ। ਇੱਕ ਜੇ ਕਾਰਪੋਰੇਟ ਘਰਾਣੇ ਦੇ ਆ, ਦੂਜਿਆਂ ਨੇ ਜਮਾਂ ਹੀ ਜਿਹੜੇ ਮਿਹਨਤਕਸ਼ ਵਰਗਾਂ ਦੇ ਨਾਲ ਕੁਛ ਇੱਕ ਵਰਗਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ, ਅਤੇ NDP ਦਾ ਗ੍ਰਾਫ ਬਿਲਕੁਲ ਹੀ ਥੱਲੇ ਆ ਗਿਆ ਅਤੇ 2 ਸੀਟਾਂ 'ਤੇ ਸਿਮਟ ਕੇ ਰਹਿ ਗਈ। ਅਤੇ ਜਿਹੜਾ ਪਾਰਟੀ ਦਾ ਆਗੂ ਸੀ, ਉਹਨੇ ਆਪਣਾ ਬਿਸਤਰਾ ਲਪੇਟਿਆ, ਉਹ ਜਾ ਕੇ ਲਿਬਰਲ ਦੇ ਵਿੱਚ ਚਲਿਆ ਗਿਆ, ਉੱਥੇ ਜਾ ਕੇ ਮੰਤਰੀ ਬਣ ਗਿਆ, ਅਤੇ ਪਾਰਟੀ ਦੀ ਪਰਵਾਹ ਨਹੀਂ ਕਿਸੇ ਨੇ ਕੀਤੀ। ਸੋ ਇਹ ਗੱਲ ਸੋਚਣ ਵਾਲੀ ਹੈ
ਕਿ ਜੇ ਜ਼ਿੰਮੇਵਾਰੀ ਨਿਭਾਉਣਗੇ ਤਾਂ ਅਗਲੀ ਵਾਰ ਨੂੰ ਲੋਕ ਚੁਣ ਲੈਣਗੇ। ਇਹ ਉਹ ਤਾਂ ਰਾਜਨੀਤੀ ਹੈ ਨਹੀਂ ਕਿ ਭੇਡ ਚਾਲ ਵਾਲੀ ਗੱਲ ਹੈ। ਇੱਥੇ ਲੋਕ ਇਕੱਲੇ ਵੋਟਾਂ ਨੂੰ ਸੁਚੇਤ ਹੋ ਕੇ ਪਾਉਂਦੇ ਨੇ। ਇੱਕ ਗੱਲ ਹੋਰ ਆਮ ਤੌਰ ਤੇ ਕਹੀ ਜਾਂਦੀ ਹੈ, ਪਿਛਲੀ ਵਾਰੀ ਬਹੁਤ ਇਹ ਗੱਲ ਪ੍ਰੋਜੈਕਟ ਕੀਤੀ ਗਈ ਸੀ ਜਦੋਂ ਐਨਡੀਪੀ ਦੀ ਮਾਈਨੋਰਿਟੀ ਸਰਕਾਰ ਆਈ ਸੀ, ਕਿ ਦੇਖੋ ਜੀ ਹੁਣ ਐਨਡੀਪੀ ਆ ਗਈ ਹੈ, ਹੁਣ ਇਕਨੋਮੀ ਦਾ ਬੁਰਾ ਹਾਲ ਹੋ ਜਾਣਾ ਜੀ। ਵੀ ਜਿਹੜੇ ਬਿਜ਼ਨਸ ਚੱਲਦੇ ਆ, ਬਿਜ਼ਨਸ ਹੁਣ ਪਤਾ ਨਹੀਂ ਕਿਹਨੂੰ ਕਹਿੰਦੇ ਆ, ਵੀ ਜਿਹੜੇ ਬਿਜ਼ਨਸ ਆ ਜੀ ਇਹ ਸਾਰੇ ਬੰਦ ਹੋ ਜਾਣੇ ਆ। ਆਮ ਤੌਰ ਤੇ ਐਨਡੀਪੀ ਬਾਰੇ ਸੋਚਿਆ ਵੀ ਇਹ ਵੀ ਜਾਂਦਾ ਵੀ ਇਹ ਜਿਹੜੇ ਮਿਹਨਤ ਕਸ਼ ਜਾਂ ਜਿਹੜੇ ਯੂਨੀਅਨ ਵਾਲੇ ਬੰਦੇ ਹੁੰਦੇ ਉਹਨਾਂ ਦੀ ਜ਼ਿਆਦਾ ਸੁਣਦੀ ਹੈ। ਲਿਬਰਲ ਵਾਲੇ ਆਮ ਤੌਰ ਤੇ ਇੱਦਾਂ ਸੋਚਦੇ ਆ ਕਿ ਇਹ ਵੱਡੇ ਬੰਦਿਆਂ ਦੀ, ਬਿਜ਼ਨਸ ਵਾਲਿਆਂ ਦੀ ਜਿਹੜੀ ਪਾਰਟੀ ਹੁੰਦੀ ਆ। ਉਹ ਗੱਲਬਾਤ ਐਤਕੀ ਨਹੀਂ ਸੁਣਨ ਨੂੰ ਮਿਲੀ। ਪਿਛਲੀ ਵਾਰੀ ਇਲੈਕਸ਼ਨ ਤੋਂ ਪਹਿਲਾਂ ਆਪਾਂ ਇੱਕ ਨਿਰਪੱਖ ਹੋ ਕੇ ਜਦੋਂ ਦੇਖਦੇ ਹਾਂ, ਇਹ ਗੱਲ ਬਾਰ-ਬਾਰ ਆ ਰਹੀ ਸੀ, ਐਨਡੀਪੀ ਆ ਗਈ ਇਕਨੋਮੀ ਡਿੱਗ ਜਾਣੀ ਹੈ, ਐਨਡੀਪੀ ਆ ਗਈ ਇਕਨੋਮੀ ਡਿੱਗ ਜਾਣੀ ਹੈ। ਇਹਨਾਂ ਨੇ ਇਕਨੋਮੀ ਵੀ ਬੇਸਿਕਲੀ ਘਰਾਂ ਦੀ ਮਾਰਕੀਟ ਨੂੰ ਇਹਨਾਂ ਦੇ ਨਾਲ ਸਾਰਾ ਕੁਝ ਜੁੜਿਆ ਹੈ। ਉਹ ਤੁਸੀਂ ਇਹਦੇ ਨਾਲ ਤੁਹਾਡਾ ਨੇੜੇ ਦਾ ਸੰਬੰਧ ਆ ਰੀਅਲ ਸਟੇਟ ਦੇ ਨਾਲ, ਉਹ ਫਿਰ ਥੱਲੇ ਨਹੀਂ ਆਈ। ਇਹ ਗੱਲਬਾਤ ਐਤਕੀ ਨਹੀਂ ਆਈ ਕਿ ਇਕਨੋਮੀ ਡਿੱਗ ਜਾਣੀ ਹੈ। ਇਹ ਕਿਸੇ ਨੇ, ਮੈਂ ਨਹੀਂ ਸੁਣੀ ਕਿ ਕਿਸੇ ਨੇ ਇਹ ਗੱਲ ਕੀਤੀ ਹੋਵੇ। ਇਹਦਾ ਕੀ ਕਾਰਨ ਆ? ਪਿਛਲੀ ਵਾਰੀ ਉਹ ਹਊਆ ਸੀ ਜਾਂ ਹੁਣ ਸੱਚਾਈ ਹੈ? ਅਸਲ 'ਚ ਜਿਹੜਾ ਪਿਛਲੀ ਕਾਰਗੁਜ਼ਾਰੀ ਸੀ ਨਾ ਐਨਡੀਪੀ ਦੀ, ਜੋ 1998-99 ਤੋਂ, ਅੱਛਾ ਜੀ, ਜਿਹੜਾ ਉਹਨਾਂ ਦਾ ਪ੍ਰਭਾਵ ਸੀ, ਕਹਿੰਦੇ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ। ਇਹੀ ਗੱਲ ਹੋਈ ਕਿ ਇਹਨਾਂ ਨੇ ਪੱਠਾ ਹੀ ਵਧਾ, ਸਿੱਧੀ ਗੱਲ ਸੀ। ਬਹੁਤੇ ਇਲਾਕਿਆਂ 'ਚ ਤਾਂ ਇਹੀ ਪ੍ਰਚਾਰ ਕੀਤਾ ਸੀ, ਬਸ ਪੱਠਾ ਵਹਿ ਜਾਣਾ ਸੂਬੇ ਦਾ ਜੇ ਐਨਡੀਪੀ ਆ ਗਈ। ਪਰ ਇਹ ਗੱਲ ਦਾ ਬਿਲਕੁਲ ਯਕੀਨਨ ਤੌਰ ਤੇ ਜੇ ਇਹ ਲਿਬਰਲ ਇਸ ਵਾਰੀ ਫੇਰ ਇਸ਼ੂ ਕਰਦੇ, ਇਹ ਇਹਨਾਂ ਨੂੰ ਫਾਇਦਾ ਨਹੀਂ ਸੀ ਪਹੁੰਚਾਉਣਾ। ਇਸੇ ਕਰਕੇ ਇਹਨਾਂ ਨੇ ਚੁੱਕਿਆ ਨਹੀਂ, ਕਿਉਂਕਿ ਜੋ ਕੋਵਿਡ ਦੇ ਸਮੇਂ ਲੋੜਵੰਦਾਂ ਲਈ ਪੈਸੇ ਵੀ ਵੰਡਣੇ, ਆਰਥਿਕ ਤੌਰ ਤੇ ਉਹਨਾਂ ਨੂੰ ਗੱਫੇ ਵੀ ਦੇਣੇ, ਫਿਰ ਵੱਖ-ਵੱਖ ਤਰ੍ਹਾਂ ਜਿਹੜੀ ਸਹੂਲਤ ਵੀ ਮਿਲਣੀ, ਇਹ ਗੱਲ ਤਾਂ ਯਕੀਨਨ ਤੌਰ ਤੇ ਇਹ ਗੱਲ ਹੱਕ ਦੇ ਵਿੱਚ ਗਈ ਹੈ ਐਨਡੀਪੀ ਦੇ। ਜਿਹੜਾ ਉਹਦੇ ਉੱਪਰ ਲੱਗਿਆ ਹੋਇਆ ਸੀ ਕਿ ਇਹ ਜੇ ਦੂਜੇ ਕਾਰਪੋਰੇਟ ਘਰਾਣੇ ਵਾਲੇ ਆ ਤਾਂ ਇਹ ਬਿਲਕੁਲ ਹੀ ਜਿਹੜੇ ਕਾਰੋਬਾਰੀ ਲੋਕ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੰਦੀ ਹੈ, ਐਸੀ ਗੱਲ ਨਹੀਂ ਹੋਈ। ਪਰ ਅਜੇ ਵੀ ਬਹੁਤ ਸਾਰੇ ਸੈਕਟਰ ਨੇ ਜਿਹੜੇ ਲੋਕਾਂ ਨੇ ਐਨਡੀਪੀ ਤੋਂ ਖੁਸ਼ ਨਹੀਂ। ਮੈਂ ਮਸਲਨ ਐਗਰੀਕਲਚਰ ਸੈਕਟਰ ਦੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ, ਉਹਨਾਂ ਨੇ ਗੱਲਬਾਤ ਜਦੋਂ ਉਹਨਾਂ ਨੇ ਕੀਤੀ, ਉਹ ਕਹਿੰਦੇ ਕਰਦੇ ਕੀ ਆ, ਮਿਨੀਮਮ ਵੇਜ ਦੇ ਅਸੀਂ ਹੱਕ 'ਚ ਵਧਾਓ। ਪਰ ਜਿਹੜੇ ਬੰਦੇ ਖੇਤੀਬਾੜੀ ਦੇ ਖੇਤਰ ਦੇ ਵਿੱਚ ਨੇ, ਅਸੀਂ MSP ਦੀ ਗੱਲ ਕਰਦੇ ਹਾਂ, ਬਹੁਤ ਆਪਣੇ ਜਿਹੜੇ ਮਿਨੀਮਮ ਨਿਰਧਾਰਤ ਮੁੱਲ ਦੀ ਗੱਲ ਕਰਦੇ, ਸਾਡੇ ਲਈ ਤਾਂ ਕੋਈ ਬਾਤ ਨਹੀਂ ਪੁੱਛ ਰਹੀ ਐਨਡੀਪੀ, ਕਦੇ ਇਹਨਾਂ ਨੇ ਗੱਲ ਨਹੀਂ ਕੀਤੀ। ਸਾਨੂੰ ਕਿਵੇਂ ਤਾਹਾਂ ਚੁੱਕਣਾ? ਬਿਲਕੁਲ ਨਹੀਂ, ਕੋਈ ਨੀਤੀ ਨਹੀਂ ਇਹਨਾਂ ਕੋਲੇ। ਜੇ ਲਿਬਰਲ ਨੂੰ ਇੱਕ ਨੂੰ ਭੁੱਲ ਕੇ ਦੂਜੇ ਵੱਲ ਆਉਂਦਾ ਬੰਦਾ, ਉਹਨੂੰ ਤਾਂ ਫਾਇਦਾ ਕੁਛ ਵੀ ਨਹੀਂ, ਉਹ ਤਾਂ ਦੂਜੇ ਪਾਸੇ ਵੀ ਨਿਰਾਸ਼ ਨੇ। ਅਜੇ ਵੀ ਉਹ ਲੋਕ ਬਹੁਤੇ ਐਨਡੀਪੀ ਤੋਂ ਪ੍ਰਭਾਵਿਤ ਨਹੀਂ, ਕਿਉਂਕਿ ਇਹ ਉਹਨਾਂ ਵਾਸਤੇ ਪਾਲਿਸੀ। ਹੁਣ ਇੱਕ ਮਿਹਨਤੀ ਨੂੰ $15 ਜਿਹੜੇ ਦੇਣੇ ਆ ਕਿਰਤੀ ਨੂੰ, ਜੇ ਇੱਕ ਕਿਸਾਨ ਨੇ ਕੰਮ ਕਰਾਉਣਾ ਤਾਂ ਉਹ ਫਸਲ ਆਪਣੀ ਆ, ਉਹਦਾ ਵੀ ਉਹਨੂੰ ਮੁੱਲ ਮਿਲੇ। ਉਹਨੂੰ ਉੱਤੇ ਕੈਨਰੀ ਵਾਲਾ ਵੀ ਲੁੱਟੀ ਜਾਂਦਾ, ਉਹਨੇ ਹੇਠਾਂ ਵੀ ਮੁੱਲ ਪੂਰਾ ਦੇਣਾ। ਵਿਚਕਾਰਲਾ ਸੈਕਟਰ ਕਿੱਥੇ ਗਿਆ? ਬਾਹਰੋਂ ਕੰਮ ਇਸ ਵਾਰੀ ਆਏ ਨਹੀਂ ਕੋਵਿਡ-19 ਦੇ ਕਾਰਨ, ਤੇ ਫਸਲਾਂ ਦਾ ਉਜਾੜ ਹੋਇਆ ਇੱਥੇ। ਉਹ ਜਿਹੜੀਆਂ ਫਸਲਾਂ ਸੀ ਕਈਆਂ ਦੀਆਂ ਉਜੜ ਗਈਆਂ, ਤਬਾਹ ਹੋ ਗਈਆਂ, ਆਰਥਿਕ ਤੌਰ ਤੇ ਨੁਕਸਾਨ ਹੋਇਆ, ਪਰ ਇਹ ਬਾਤ ਨਹੀਂ ਪੁੱਛੀ। ਸੋ ਇਹ ਗੱਲ ਸੋਚਣ ਵਾਲੀ ਹੈ। ਪਰ ਆਰਥਿਕਤਾ ਨੂੰ ਓਵਰਆਲ ਜੇ ਇਸ ਇਲੈਕਸ਼ਨ ਦੇ ਵਿੱਚ ਇਸ਼ੂ ਤਾਂ ਨਹੀਂ ਬਣਾਇਆ ਗਿਆ ਕਿਉਂਕਿ ਲਿਬਰਲ ਇਹ ਗੱਲ ਕਹਿਣ ਦੇ ਯੋਗ ਹੀ ਨਹੀਂ ਸੀ। ਲਿਬਰਲਾਂ ਨੇ ਕਿਹੜਾ ਬਹੁਤਾ ਕੁਛ ਕੀਤਾ, ਉਹਨਾਂ ਨੇ ਤਾਂ ਮਿਨੀਮਮ ਵੇਜ ਵੀ ਨਹੀਂ ਸੀ ਵਧਾਈ। ਵੇਜ ਵਧਾਉਣ ਦੀ ਗੱਲ ਠੀਕ ਆ, ਕ੍ਰਿਸਟੀ ਕਲਾਰਕ ਨੇ ਆਖਰੀ ਦੌਰ ਦੇ ਵਿੱਚ ਸਟੈਪ ਚੁੱਕਣ ਦੀ ਗੱਲ ਕੀਤੀ, ਲੇਕਿਨ ਐਨਡੀਪੀ ਜੇਕਰ ਕਿਰਤੀ ਵਰਗ ਦੇ ਹੱਕ 'ਚ ਹੈ, ਦਬੇ ਕੁਚਲੇ ਵਰਗ ਦੇ ਹੱਕ 'ਚ ਹੈ, ਜੇ ਉਹਨਾਂ ਲੋਕਾਂ ਦੇ ਹੱਕ 'ਚ ਹੈ ਜਿਹੜੇ ਲੋਕ ਹੈਂਡ ਟੂ ਮਾਊਥ ਨੇ, ਤਾਂ ਇਹ ਚੰਗੀ ਗੱਲ ਹੈ। ਇਹ ਗੱਲ ਕਈ ਨੇਤਾ ਇਸੇ ਕਰਕੇ ਫੇਲ ਹੋਏ, ਕਈ ਟਿੱਪਣੀਆਂ ਕਰਤੀਆਂ ਵੀ ਬੇਸਮੈਂਟ ਵਾਲੇ ਲੋਕ ਜਿਹੜੇ ਬੇਸਮੈਂਟਾਂ 'ਚ ਰਹਿਣ ਵਾਲੇ ਕੀ ਕਰਨਗੇ, ਉਹ ਬਹੁਤ ਕੁਝ ਕਰ ਦਿੰਦੇ ਨੇ, ਉਹਨਾਂ ਦੇ ਕੋਲ ਸਮਰੱਥਾ ਬਹੁਤ ਹੈ। ਕਿਸੇ ਨੂੰ ਤੁਸੀਂ ਇਉਂ ਨਾ ਗਿਣੋ, ਹਰ ਬੰਦਾ ਜਿਹੜਾ ਹੈ ਇੱਕ ਵੋਟ ਦੀ ਵੈਲਿਊ ਹੈ। ਇਉਂ ਨਹੀਂ ਕਿ ਇੱਕ ਵੱਡਾ ਕੋਈ ਡਿਵੈਲਪਰ ਆਇਆ ਤੇ ਉਹਨੇ ਰੌਲਾ ਪਾਤਾ, ਚਾਰ ਗੱਲਾਂ ਇੱਧਰਲੀਆਂ ਉੱਧਰਲੀਆਂ ਕਰਤੀਆਂ ਤੇ ਸਾਰੇ ਭੇਡ ਚਾਲ ਮਗਰ ਉਹਦੇ ਲੱਗ ਜਾਣਗੇ। ਨਹੀਂ, ਇਹ ਸੱਚ ਸਾਹਮਣੇ ਆ ਚੁੱਕਿਆ। ਇੱਕ ਹੋਰ ਗੱਲ, ਕੁਛ ਇਸ਼ੂਜ਼ ਜੇ ਆਪਾਂ ਮਤਲਬ ਸਰਫੇਸ਼ੀਅਲ ਲੈਵਲ ਦੇ ਉੱਤੇ ਦੇਖਦੇ ਹਾਂ, ਇੱਕ ਗੱਲ ਆ ਰਹੀ ਸੀ, ਦੇਖੋ ਜੀ ਟੈਕਸੀਆਂ ਵਾਲੇ ਐਨਡੀਪੀ ਦੇ ਖਿਲਾਫ ਆ, ਉਬਰ ਆ ਗਈ, ਤੁਸੀਂ ਕਹਿ ਰਹੇ ਹੋ ਫਾਰਮਾਂ ਵਾਲੇ ਉਹਨਾਂ ਤੋਂ ਖੁਸ਼ ਨਹੀਂ ਆ, ਬੁਰਾ ਹਾਲ ਆ, ਕਿਸੇ ਨੂੰ ਜਾ ਕੇ ਪੁੱਛ ਲਓ, ਅਸੀਂ ਆਹ ਪ੍ਰੋਗਰਾਮ ਕਰਕੇ ਆਏ ਉਹਨਾਂ ਦੇ ਨਾਲ, ਉਹ ਕਹਿੰਦੇ ਵੀ ਮਤਲਬ ਫਾਹਾ ਲੈਣ ਤੋਂ ਥੋੜੀ ਜਿਹੀ ਕਸਰ ਰਹਿੰਦੀ ਹੈ, ਸਾਡੀ ਹਾਲਤ ਇੰਨੀ ਮਾੜੀ ਆ। ਜਿਹੜੇ ਆ ਸੀਗੇ ਬੈਂਕਟ ਹਾਲ ਵਾਲੇ, ਉਹਨਾਂ ਨੇ ਠੋਕ ਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਬਾਈਕਾਟ ਕਰਦੇ ਹਾਂ ਇਹਨਾਂ ਦਾ, ਅਸੀਂ ਨੇੜੇ ਨਹੀਂ ਲੱਗਣ ਦੇਣੇ। ਉਹਨਾਂ ਨੇ ਖਾਸ ਤੌਰ ਤੇ ਕਿਹਾ ਵੀ ਇਹ ਗਲਤ ਆ। ਆ ਜਿਹੜੇ ਫਾਰਮ ਦੇ ਵਿੱਚ ਘਰ ਪਾਉਣ ਵਾਲਾ ਮਸਲਾ ਸੀ, ਉਹਦੇ ਉੱਤੇ ਲੋਕਾਂ ਨੇ ਕਿਹਾ ਵੀ ਐਨਡੀਪੀ ਨੇ ਬਹੁਤ ਧੱਕਾ ਕਰ ਲਿਆ, ਅਸੀਂ ਇਹਨਾਂ ਦੇ ਖਿਲਾਫ ਆ। ਹੁਣ ਕੀ ਇਹ ਮੀਡੀਆ ਦਾ ਇੱਕ ਸੈਕਟਰ ਇਹ ਗੱਲ ਕਹਿ ਰਿਹਾ ਵੀ ਆਹ ਵੀ ਖਿਲਾਫ, ਆਹ ਵੀ ਖਿਲਾਫ, ਆਹ ਵੀ ਖਿਲਾਫ, ਆਹ ਵੀ ਖਿਲਾਫ ਆ, ਪਰ ਅਸਲ ਦੇ ਵਿੱਚ ਉਹ ਜਿੱਤ ਰਹੇ ਆ। ਓਵਰਆਲ ਇਕੋਨਮੀ ਜਾਂ ਓਵਰਆਲ ਲੋਕ ਤਾਂ ਇਹਦਾ ਮਤਲਬ ਉਹਨਾਂ ਦੀ ਸਪੋਰਟ ਕਰਦੇ ਆ। ਲੋਕ ਕਹਿ ਰਹੇ ਆ ਕਿ ਇਹ ਘਰ ਛੋਟੇ ਕਰੋ, ਲੋਕ ਕਹਿ ਰਹੇ ਆ ਵੀ ਇਹ ਉਬਰ ਆਉਣੀ ਚਾਹੀਦੀ ਹੈ,
ਜਾਂ ਲੋਕ ਕਹਿ ਰਹੇ ਆ ਵੀ ਇਹ ਸਾਰਾ ਕੁਝ ਠੀਕ ਹੈ, ਕੀ ਇਹਨੂੰ ਇਸ ਗੱਲ ਦੇ ਉੱਤੇ ਮੋਹਰ ਸਮਝਿਆ ਜਾਵੇ ਵੀ ਉਹ ਜਿਹੜਾ ਇੱਕ ਪਿਕਚਰ ਦਿਖਾਈ ਜਾ ਰਹੀ ਸੀ ਕਿ ਦੇਖੋ ਜੀ ਵੱਡੇ ਵੱਡੇ ਤਾਂ ਸਾਰੇ ਲੋਕ ਹੀ ਇਹਨਾਂ ਦੇ ਖਿਲਾਫ ਆ, ਤੇ ਹੋਇਆ ਉਹਦੇ ਉਲਟ। ਐਕਚੁਅਲੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਵਿਰੋਧੀ ਪਾਰਟੀ ਆ ਉਹਨੂੰ ਚੱਜ ਨਾਲ ਕੁਝ ਦੱਸਣਾ ਵੀ ਨਹੀਂ ਆਇਆ। ਹੁਣ ਕਹਿੰਦੇ ਹੁੰਦੇ ਆ ਜਦੋਂ ਬਾਅਦ ਦੇ ਵਿੱਚ ਆਪ ਪਛਤਾਏ ਕਿ ਆਹੋ ਚਿੜੀਆਂ ਚੁੱਗੀ ਖੇਤ। ਅੱਜ ਐਂਡਰੂ ਵਿਲਕਿਨਸਨ ਨੇ ਅਸਤੀਫਾ ਦਿੱਤਾ ਨਾ ਵੀ ਦਿੰਦਾ ਉਹਨਾਂ ਨੇ ਚੱਕ ਕੇ ਬਾਹਰ ਮਾਰਨਾ ਸੀ, ਚਾਹੇ ਜਿੰਨਾ ਮਰਜ਼ੀ ਕੋਈ ਪ੍ਰਚਾਰ ਕਰ ਲੈਂਦੇ ਕਿ ਜੀ ਬਹੁਤ ਵਧੀਆ ਇਹਨੂੰ ਦਿਓ ਮੌਕਾ ਕਿਹਨੇ ਦੇਣਾ। ਅੱਗੇ ਬਹੁਤ ਕੁਝ ਹੋ ਗਿਆ, ਜਮਾਂ ਹੀ ਉਹ ਪੱਠਾ ਬਿਠਾਤਾ। ਏਡੀ ਵੱਡੀ ਜਿਹੜੀ ਮੈਜੋਰਟੀ ਪਾਰਟੀ ਨੂੰ ਮਿਲੀ ਹੈ NDP ਨੂੰ। ਇੱਕ ਗੱਲ ਇਹਦੇ 'ਚ ਇਹ ਵੀ ਹੈ ਕਿ ਵਿਰੋਧੀ ਪਾਰਟੀ ਦੇ ਕੋਲ ਦੱਸਣ ਲਈ ਕੁਝ ਨਹੀਂ ਸੀ, ਕੇਵਲ ਦੂਸ਼ਣ ਪ੍ਰਚਾਰ। ਉਹ ਕੁਛ ਨਹੀਂ ਅਰਥ ਰੱਖਦਾ। ਲੋਕ ਇੱਥੇ ਸੁਚੇਤ ਨੇ। ਜੇ ਤੁਸੀਂ ਵਿਅਕਤੀਗਤ ਕਿਸੇ 'ਤੇ ਦੂਸ਼ਣ ਸੁੱਟੋਗੇ ਉਹਨੂੰ ਨਹੀਂ ਕੋਈ ਪੁੱਛਦਾ। ਉਹ ਕਹਿੰਦਾ ਤੱਥ ਲਿਆ ਸਾਹਮਣੇ ਟੇਬਲ 'ਤੇ ਰੱਖ। ਜਿੱਥੋਂ ਤੱਕ ਇਹ ਜਿਹੜੀਆਂ ਕੁਝ ਗੱਲਾਂ ਜਿਨ੍ਹਾਂ ਦੇ ਵਿੱਚੋਂ NDP ਦੀ ਕਿਤੇ ਨਾ ਕਿਤੇ ਘਾਟ ਰਹੀ ਹੈ, ਉਹਨਾਂ ਨੂੰ ਆਖਰੀ ਮੌਕੇ ਤੱਕ ਫਿਕਸ ਕਰਨਾ ਕਹਿ ਲਓ, ਜਾਂ ਇਹਦੀ ਨੀਤੀ ਘਾੜਿਆਂ ਦੀ ਤਰੀਕੇ ਨਾਲ ਵਰਤੀ ਗਈ ਸਿਆਸਤ ਕਹਿ ਲਓ। ਅਸੀਂ ਆਮ ਚਾਣਕਿਆ ਨੀਤੀ ਦੀ ਗੱਲ ਕਰਦੇ ਹਾਂ। ਚਾਣਕਿਆ ਨੀਤੀ ਹਮੇਸ਼ਾ ਮਾੜੀ ਨਹੀਂ ਹੁੰਦੀ। ਚਾਣਕਿਆ ਨੀਤੀ ਨੂੰ ਇਹ ਸਿਖਰ ਮੰਨਿਆ ਜਾਂਦਾ। ਉਹਦੇ 'ਚ ਸਾਮ ਵੀ ਹੈ, ਦਾਮ ਵੀ ਹੈ, ਦੰਡ ਵੀ ਹੈ ਤੇ ਭੇਦ ਵੀ ਹੈ। ਮੈਨੂੰ ਲੱਗਦਾ NDP ਨੇ ਸਾਰਾ ਕੁਝ ਵਰਤਿਆ, ਸਾਮ ਵੀ ਵਰਤਿਆ, ਦਾਮ ਵੀ, ਦੰਡ ਵੀ ਤੇ ਭੇਦ ਵੀ। ਮਸਲੇ ਦੋ ਆ ਡਾਕਟਰ ਸਾਹਿਬ, ਕੀ ਲਿਬਰਲ ਦੀ ਨਲਾਇਕੀ ਕਾਰਨ ਉਹ ਪਿੱਛੇ ਰਹਿ ਗਏ ਜਾਂ NDP ਦੀ ਪਪੂਲੈਰਿਟੀ ਸੀ? ਦੋਨੇ ਗੱਲਾਂ ਹੀ ਆ ਜੀ। ਲਿਬਰਲ ਦੀ ਨਲਾਇਕੀ ਤਾਂ ਹੈ ਹੀ ਹੈ, ਪਰ NDP ਦੀ ਇਸ ਆਖਰੀ ਸਮੇਂ ਇੱਕ ਬੜੀ ਕਾਮਨ ਦੀ ਗੱਲ ਹੈ। ਤੁਸੀਂ ਇੱਕ ਗੱਲ ਤੇ ਆਓ ਬਈ ਸਾਲ ਇੰਤਜ਼ਾਰ ਕਰਨ ਦੇ ਵਿੱਚ ਕੋਈ ਵੱਡਾ ਆਫਤ ਨਹੀਂ ਸੀ ਆ ਚੱਲੀ। ਬਿਲਕੁਲ। ਇਹਦਾ ਮਤਲਬ ਧੁੜਕੂ ਇਸ ਵੇਲੇ ਉਹ ਜੌਨ ਹਾਰਗਨ ਦੇ ਅੰਦਰ ਵੀ ਸੀ ਕਿ ਵੇਖੋ ਕਿਤੇ ਅਗਲੇ ਸਾਲ ਤੱਕ ਕੋਈ ਨਾ ਕੋਈ ਐਸਾ ਕੋਈ ਪੰਗਾ ਨਾ ਪੈ ਜੇ, 19-21 ਨਾ ਹੋ ਜੇ, ਕਿਤੇ ਬਣੀ ਬਣਾਈ ਖੇਡ ਖਤਮ ਹੋ ਜੇ, ਹੁਣੇ ਹੀ ਲੋਹੇ 'ਤੇ ਸੱਟ ਮਾਰੋ ਤੇ ਕੰਮ ਕਰੋ। ਇਹਦਾ ਮਤਲਬ ਇਹ ਜੇ ਇੰਨੇ ਹੀ ਕੰਮ ਚੰਗੇ ਹੁੰਦੇ ਤਾਂ ਸਾਲ ਹੋਰ ਚੱਜ ਦੇ ਕੰਮ ਕਰ ਲਓ, ਫਿਰ ਹੋਰ ਵੀ ਜ਼ਿਆਦਾ ਮੈਜੋਰਟੀ ਲੈ ਲਓ। ਕਿਉਂ ਨਹੀਂ ਇੰਤਜ਼ਾਰ ਕੀਤਾ ਗਿਆ? ਪਤਾ ਸੀ ਕਿਉਂਕਿ ਕੰਮ ਕੋਵਿਡ 'ਚ ਠੀਕ ਹੋ ਗਿਆ, ਕਰ ਲਿਆ, ਕੀਤਾ। ਵਧਾਈ ਦੇਣੀ ਬਣਦੀ ਹੈ ਖੁੱਲ੍ਹ ਕੇ, ਚਾਹੇ ਮੈਂ NDP ਪਾਰਟੀ ਨਾਲ ਸਹਿਮਤ ਹੋਵਾਂ ਨਾ ਹੋਵਾਂ। ਅਸੀਂ ਖੁੱਲ੍ਹ ਕੇ ਇਸ ਗੱਲ ਨੂੰ ਵਧਾਈ ਦਈਏ ਕਿ ਉਹਨੇ ਕੰਮ ਚੰਗਾ ਕੀਤਾ। ਪਰ ਕਾਹਲੀ ਕਾਹਦੀ ਹੈ ਸੱਜਣਾ? ਇੱਡੀ ਗੱਲ ਹੈ, 1 ਸਾਲ ਹੀ ਹੈ, ਕੋਈ ਇਉਂ ਤਾਂ ਨਹੀਂ ਸੂਰਜ ਨਹੀਂ ਚੜ੍ਹਨਾ। ਪਤਾ ਸੀ ਕਿ ਇਹ ਫਿਕਰ ਹੈ ਕਿ ਜਿਨ੍ਹਾਂ ਸੈਕਟਰ ਦੀ ਤੁਸੀਂ ਹੁਣੇ ਗੱਲ ਕੀਤੀ ਹੈ ਨਾ, ਜੇ ਕਿਤੇ ਇਹਨਾਂ ਦਾ ਕਿਤੇ ਪਲੜਾ ਭਾਰੀ ਹੋ ਗਿਆ ਤੇ ਦੂਜੇ ਖਿੱਚ ਕੇ ਨਾ ਲੈ ਜਾਣ। ਹਾਂ ਦੇਖੋ, ਨੀਤੀ ਜਿਨ੍ਹਾਂ ਨਾਲ ਲੜਾਈ ਚੱਲਦੀ ਰਹੀ, ਟਰਾਂਸਪੋਰਟੇਸ਼ਨ ਵਾਲਿਆਂ ਨਾਲ, ਜਿਨ੍ਹਾਂ ਨਾਲ ਟੈਕਸ ਨਾਲ ਲੜਾਈ, ਕੀ ਕੀਤਾ, ਕਿਹੜਾ ਤਰੀਕਾ ਕੱਢਿਆ, ਕਿਵੇਂ ਚੋਗਾ ਪਾਇਆ, ਕਿਵੇਂ ਖੁਸ਼ ਕੀਤੇ, ਕਿਵੇਂ ਆਪਣੇ ਨਾਲ ਜੋੜਿਆ, ਜਾਂ ਕਿਹੜੇ ਰਾਹ ਕੱਢੇ, ਇਹੀ ਤਾਂ ਰਾਜਨੀਤੀ ਹੋਰ ਕੀ ਹੁੰਦੀ ਹੈ? ਮੌਕੇ 'ਤੇ ਐਨ ਬੰਦੇ ਨੂੰ ਐਨ ਪਹਿਲਾਂ ਕੁੱਟਮਾਰ ਵੀ ਲਓ ਤੇ ਮੁੜ ਕੇ ਆਪਣੇ ਵੱਲ ਕਰ ਲਓ, ਤੇ ਹੁਣ ਉਹ ਸਾਰੇ ਖੁਸ਼ ਨਹੀਂ ਜੀ, ਬਹੁਤ ਵਧੀਆ। ਫਿਰ ਇੱਕ ਗੱਲ ਲੋਕ ਹੋਰ ਬੜਾ ਕਹਿੰਦੇ ਨੇ, ਉਹਨਾਂ ਤੋਂ ਤਾਂ ਚੰਗੇ ਹੀ ਆ, ਉਹਨਾਂ ਨੇ ਕੀ ਦਿੱਤਾ। ਆ ਜਦੋਂ ਜਾਣੀ ਕਿ 2 ਬੁਰਾਈਆਂ ਦੇ ਵਿੱਚੋਂ ਕਹਿੰਦੇ ਇਹ ਵੀ ਮਾੜਾ, ਇਹ ਵੀ ਮਾੜਾ, ਆ ਘੱਟ ਮਾੜਾ, ਜਿਹੜਾ ਘੱਟ ਮਾੜਾ ਹੋਵੇ ਉਹਨੂੰ ਇੱਕ ਮੌਕਾ ਦੇ ਦਿੰਦੇ ਆ। ਪਰ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹਦਾ ਬੜਾ ਸਤਿਕਾਰ ਕਰਨਾ ਬਣਦਾ ਹੈ। ਬਿਲਕੁਲ। ਐਵੇਂ ਦੂਸ਼ਣਬਾਜ਼ੀ ਲਾ ਕੇ ਕਈਆਂ ਨੇ ਕੋਸ਼ਿਸ਼ ਵੀ ਕੀਤੀ ਕਿ ਐਸੀ ਗੱਲ ਨਹੀਂ, NDP ਦੀ ਪਰਫਾਰਮੈਂਸ ਵੀ ਜਿਹੜੀ ਹੈ ਉਹ ਜੇ ਇਮਾਨਦਾਰਾਨਾ ਢੰਗ ਨਾਲ ਕਿਹਾ ਜਾਵੇ ਤੇ ਚੰਗੀ ਰਹੀ ਸੀ। ਇੱਕ ਹੋਰ ਗੱਲ ਇਹਦੇ ਵਿੱਚ ਬਾਰ-ਬਾਰ ਆ ਰਹੀ, ਤੁਸੀਂ ਵੀ ਕਿਹਾ ਵੀ ਕਿ ਹੁਣ NDP ਨੂੰ ਲੱਗਿਆ ਕਿ ਟਾਈਮ ਆ ਜਿਹੜਾ ਉਹਨਾਂ ਨੇ ਸਟ੍ਰੈਟਜੀ ਉਹਨਾਂ ਦੀ ਸੀਗੀ ਬੜੀ ਸਹੀ ਪੈ ਗਈ ਉਹਨਾਂ ਦੀ ਕੋਵਿਡ ਦੇ ਵਿੱਚ। ਕੀ ਇਹ ਪਾਲਿਸੀ ਹੁਣ 2 ਗੱਲਾਂ ਆ? ਹਾਂਜੀ। ਇੱਕ ਤਾਂ ਕੋਵਿਡ ਨੂੰ ਹੈਂਡਲ ਕਰਨਾ ਜਿਹੜਾ ਉਹ ਸਾਡੇ ਇੱਥੋਂ ਦੇ ਜਿਹੜੇ ਆਫੀਸਰਸ ਨੇ ਉਹਨਾਂ ਦਾ ਕੰਮ ਆ। ਡਾਕਟਰ ਬੋਨੀ ਹੈਨਰੀ, ਉਹਨਾਂ ਦਾ NDP ਨਾਲ ਕੋਈ ਸੰਬੰਧ ਨਹੀਂ। ਬਿਲਕੁਲ। ਉਹ ਮਤਲਬ ਇੱਕ ਨਿਰਪੱਖ ਜਿਹੜੇ ਸਾਡੇ ਬਿਊਰੋਕਰੈਟਸ ਨੇ ਜਾਂ ਉਹਨਾਂ ਨੇ ਸਾਰਾ ਕੁਝ, ਸਾਇੰਟਿਸਟ ਨੇ, ਡਾਕਟਰਸ ਨੇ, ਉਹਨਾਂ ਨੇ ਕੀਤਾ। ਹੁਣ ਕਈ ਮਾਮਲਿਆਂ ਦੇ ਵਿੱਚ ਤਾਂ ਉਹ ਕਹਿੰਦੇ ਵੀ ਜੇ ਉਹਨਾਂ ਦਾ ਫੈਸਲਾ ਆ, ਜਦੋਂ ਬੈਂਕਟ ਹਾਲਸ ਦੀ ਗੱਲ ਆਉਂਦੀ ਆ ਉਹ ਕਹਿੰਦੇ ਸਾਡਾ ਫੈਸਲਾ ਨਹੀਂ ਇਹਨਾਂ ਨੂੰ ਬੰਦ ਕਰਨਾ, ਇਹ ਡਾਕਟਰ ਬੋਨੀ ਹੈਨਰੀ ਦਾ ਫੈਸਲਾ ਹੈ। ਉਹਨਾਂ ਨੂੰ ਪਤਾ ਹੈ 6 ਫੁੱਟ ਦੂਰ ਰੱਖਣਾ, ਇੰਨੇ ਫੁੱਟ ਕਿੱਥੇ ਰਹਿਣਾ, ਕਿੱਧਰ ਨੂੰ ਜਾਣਾ, ਕਿੰਨੇ ਹਾਲ 'ਚ, ਤੇ ਉਹਨਾਂ ਦਾ ਇੱਕ ਸਾਇੰਟੀਫਿਕ ਡਿਸੀਜਨ ਆ। ਤੇ ਜਿਹੜਾ ਇੱਕ ਕ੍ਰੈਡਿਟ ਆ ਫਿਰ NDP ਦੇ ਪੱਲੇ ਪੈ ਜਾਂਦਾ ਵੀ ਪੈਂਡੈਮਿਕ ਨੂੰ ਇਹਨਾਂ ਨੇ ਹੈਂਡਲ ਕੀਤਾ। ਜਦੋਂ ਹੁਣ ਉਹ ਆਉਂਦੇ ਹੁੰਦੇ ਸੀ, ਤੁਹਾਨੂੰ ਯਾਦ ਹੋਊਗਾ ਆਪਣੇ, ਹੁਣ ਵੀ ਡਾਕਟਰ ਬੋਨੀ ਹੈਨਰੀ, ਉਹਨਾਂ ਦੇ ਨਾਲ ਇੱਕ ਪਾਸੇ ਸਾਡੇ ਪ੍ਰੀਮੀਅਰ ਖੜੇ ਹੁੰਦੇ ਆ, ਦੂਜੇ ਪਾਸੇ ਐਂਡਰਿਨ ਡਿਕਸ। ਇਹ ਕੀ ਉਸ ਵੇਲੇ ਪਲੈਨਿੰਗ ਸੀਗੀ ਵੀ ਹੁਣ ਠੀਕ ਠਾਕ ਆ ਕਰਕੇ ਤਾਂ ਇਹਨੂੰ ਕਰ ਲਿਆ ਜਾਵੇ? ਇਹ ਗੱਲ ਬੜੀ ਰੌਚਕ ਹੈ ਜੀ ਕਿ ਜੇ ਤਾਂ ਚੰਗਿਆਈਆਂ ਮੇਰੀ ਝੋਲੀ ਪਾ ਦਿਓ ਤੇ ਬੁਰਾਈਆਂ ਦੂਜਿਆਂ ਦੇ। ਜੇ ਕ੍ਰੈਡਿਟ ਚੰਗਿਆਈਆਂ ਦਾ ਲੈਣਾ ਤਾਂ ਬੁਰਾਈਆਂ ਦੇ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ। ਪਰ ਇੱਥੇ ਤੁਸੀਂ ਇੱਕ ਗੱਲ ਦੇਖੋ ਕਿ ਸਰਕਾਰ NDP ਦੀ, ਜੌਨ ਹਾਰਗਨ ਪ੍ਰੀਮੀਅਰ ਜਾਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ, ਜਿਹੜਾ ਮਰਜ਼ੀ ਮੈਡੀਕਲ ਇੰਚਾਰਜ ਇਹਨੂੰ ਹੈਂਡਲ ਕਰ ਰਿਹਾ। ਜਰਾ ਕਿ ਗੁਆਂਢੀ ਮੁਲਕ ਚਲੇ ਜਾਓ, ਟਰੰਪ ਬੋਲਣ ਨਹੀਂ ਦਿੰਦਾ,
ਉੱਥੇ ਵੀ ਤਾਂ ਹੈਲਥ ਇੰਚਾਰਜ ਕੋਈ ਹੈ। ਉਹ ਮਿੰਟ 'ਚ ਉਹ ਕਿਤੇ ਦਾ ਕਿਤੇ ਉਹ ਪਿੱਛੇ ਖੜਾ ਹੁੰਦਾ, ਖੂੰਜੇ ਲੱਗਿਆ, ਉਹ ਕਹਿੰਦਾ ਜੋ ਕਰਨਾ ਆਪਾਂ ਹੀ ਕਰਨਾ। ਅਸੀਂ ਗੱਲ ਕਰ ਲਈਏ ਇੰਡੀਆ 'ਚ, ਮੋਦੀ ਸਾਹਿਬ ਥਾਲੀਆਂ ਖੜਕਾਓ, ਵਾਜੇ ਵਜਾਓ, ਮੋਮਬੱਤੀਆਂ ਜਗਾਓ, ਜਾਂ ਕੋਈ ਚੂਕ ਜੇ, ਉੱਥੇ ਡਾਕਟਰ ਹੈ ਨਹੀਂ, ਉਹ ਵੀ ਪਿੱਟ ਪਿੱਟ ਮਰ ਗਏ। ਗੱਲ ਸਰਕਾਰ ਨੇ ਡਾਕਟਰਾਂ ਦੀ ਗੱਲ ਨੂੰ ਲਾਗੂ ਕਰਨਾ। ਜੇ ਸਰਕਾਰ ਲਾਗੂ ਕਰ ਰਹੀ ਹੈ ਤਾਂ ਕ੍ਰੈਡਿਟ ਵੀ ਉਹਨੂੰ ਮਿਲਣਾ। ਸਹੀ ਨੁਕਤਾ। ਤੇ ਜਿੱਥੇ ਸਰਕਾਰ ਨਹੀਂ ਲਾਗੂ ਕਰ ਰਹੀ ਤਾਂ ਡਿਸਕ੍ਰੈਡਿਟ ਵੀ ਮਿਲਣਾ। ਜੇ ਸਕੂਲ ਖੋਲ੍ਹੇ ਆ ਤੇ ਲੋਕ ਗਾਲਾਂ ਡਾਕਟਰ ਹੈਨਰੀ ਨੂੰ ਨਹੀਂ ਕੱਢ ਰਹੇ, ਲੋਕ ਪ੍ਰੀਮੀਅਰ ਨੂੰ ਕਹਿ ਰਹੇ ਸੀ ਤੂੰ ਕਿਉਂ ਖੋਲ੍ਹ ਰਿਹਾ। ਜੇ ਬੈਂਕੁਟ ਵਾਲੀਆਂ ਗਾਲਾਂ ਉਹਨੂੰ ਨਹੀਂ ਸੀ ਕੱਢ ਰਹੇ, ਚਾਹੇ ਉਹ ਜਿੰਨਾ ਮਰਜ਼ੀ ਪੋਚ ਕੇ ਕਹਿ ਰਹੇ ਨੇ, ਇਸੇ ਨੂੰ ਕ੍ਰਿਟੀਸਾਈਜ਼ ਕਰਦੇ। ਪਰ ਓਵਰਆਲ ਜੇ ਚੰਗੀ ਪਰਫੋਰਮੈਂਸ ਰਹੀ ਤਾਂ ਅਗਲੇ ਕਹਿੰਦੇ ਸ਼ਾਬਾਸ਼ ਯਾਰ, ਤੂੰ ਲੀਡਰ ਸੀ ਸੂਬੇ ਦਾ ਤੇ ਤੈਨੂੰ ਇਹ ਗੱਲ ਸ਼ਾਬਾਸ਼, ਕਿਉਂਕਿ ਜੇ ਤੂੰ ਮੌਕਾ ਦਿੱਤਾ ਉਸ ਨੂੰ, ਜੇ ਉਹਦੀਆਂ ਨੀਤੀਆਂ ਨੂੰ ਲਾਗੂ ਕਰ ਸਕਿਆ, ਤਾਂ ਫਿਰ ਤੇਰੀ ਝੋਲੀ 'ਚ ਅਸੀਂ ਇਹ ਖੈਰ ਜ਼ਰੂਰ ਪਾਵਾਂਗੇ। ਮੈਨੂੰ ਲੱਗਦਾ ਇਸੇ ਵਜ੍ਹਾ ਕਾਰਨ ਹੀ ਇਹ ਵੋਟਾਂ ਕਰਾਈਆਂ ਗਈਆਂ, ਨਹੀਂ ਤਾਂ ਸਾਲ ਦੀ ਕੋਈ ਗੱਲ ਨਹੀਂ ਸੀ। ਸਾਰਾ ਕੁਝ ਇੱਥੇ ਹੀ ਤੋੜ ਭੰਨਿਆ ਜਾ ਸਕਦਾ ਕਿ ਇਹ ਕੋਵਿਡ ਵਾਲੀ ਗੱਲ ਜਿਹੜੀ ਹੈ ਉਸ ਨੂੰ ਬਕਾਇਦਾ ਤੌਰ 'ਤੇ ਸਰਕਾਰ ਨੇ ਲਾਗੂ ਕਰ ਲਿਆ। ਬਾਕੀ ਐਵੇਂ ਗ੍ਰੀਨ ਪਾਰਟੀ ਨੂੰ ਨਾ ਬਦਨਾਮ ਹੀ ਕੀਤਾ ਜਾ ਰਿਹਾ। ਇਹਨਾਂ ਨੇ ਕੀ ਕਰਨਾ, ਕੀ ਉਹਨਾਂ ਦੇ ਪੱਲੇ ਇੰਨਾ ਕੁਛ ਹੈ ਨਹੀਂ ਸੀ, ਉਹਨਾਂ ਨੇ ਉਹਨਾਂ ਕਿ ਚਲਾਈ ਜਾਂਦੇ ਸੀ। ਕਮਲੇ ਥੋੜ੍ਹੋ ਆ ਐਵੇਂ ਸੂਬੇ ਨੂੰ ਸਰਕਾਰਾਂ ਨੂੰ ਤੋੜਨਗੇ। ਪਰ ਉਹ ਬਹਾਨਾ ਜ਼ਰੂਰ ਘੜਿਆ ਗਿਆ, ਦੇਖੋ ਜੀ ਕੀ ਹੋਏਗਾ। ਲੇਕਿਨ ਕ੍ਰੈਡਿਟ ਅਤੇ ਡਿਸਕ੍ਰੈਡਿਟ ਸਰਕਾਰ ਨੇ ਲਿਆ ਅਤੇ ਇਸ ਦੀ ਹੱਕਦਾਰ ਵੀ ਸਰਕਾਰ ਹੀ ਹੈ। ਇਹਦੇ 'ਚ ਇੱਕ ਹੋਰ ਨੁਕਤਾ ਬੜਾ ਮਹੱਤਵਪੂਰਨ ਜਿਹੜਾ ਸਾਹਮਣੇ ਆਉਂਦਾ, ਗ੍ਰੀਨ ਪਾਰਟੀ ਵਾਲੇ ਤੁਸੀਂ ਗੱਲ ਕੀਤੀ, ਉਹ ਤਾਂ ਕਦੇ ਵੀ ਨਹੀਂ ਕਹਿਣਗੇ ਕਿਉਂਕਿ ਉਹ ਵਿਚਾਰੇ ਸਰਕਾਰ ਦੇ ਵਿੱਚ ਭਾਈਵਾਲ ਆ, ਹੁਣ ਤੇ ਉਹ ਕਿਤੇ ਵੀ ਨਹੀਂ ਰਹੇ, ਉਹ ਇਹ ਰਿਸਕ ਨਹੀਂ ਲੈਣਗੇ। ਜਿਹੜਾ ਡਿਬੇਟ ਸੀਗਾ, ਇਹਨਾਂ ਲੀਡਰਸ ਡਿਬੇਟ ਸੀਗਾ, ਜੌਨ ਹੌਰਗਨ ਤੇ ਐਂਡਰਿਊ ਵਿਲਕਿੰਸਨ ਤੇ ਜਿਹੜੀ ਸੋਨੀਆ ਫਸਟਨੌ ਸੀ, ਉਹਨਾਂ ਦੇ ਵਿੱਚੋਂ ਗ੍ਰੀਨ ਪਾਰਟੀ ਦੀ ਜਿਹੜੀ ਸੋਨੀਆ ਫਸਟਨੌ ਸੀ ਉਹਦਾ ਬਹੁਤ ਜ਼ਿਆਦਾ ਪੋਪੂਲਰ ਹੋਇਆ, ਲੋਕਾਂ ਨੇ ਬੜੀ ਸਪੋਰਟ ਕੀਤੀ। ਔਰ ਗ੍ਰੀਨ ਪਾਰਟੀ ਵੱਲੋਂ ਰੁਝਾਨ ਹੌਲੀ ਹੌਲੀ ਵੱਧ ਰਿਹਾ ਲੋਕਾਂ ਦਾ, ਵੀ ਜਿਹੜਾ ਕਲਾਈਮੇਟ ਲਈ ਅਗਲੀ ਜਨਰੇਸ਼ਨ ਅਵੇਅਰ ਆ। ਇਹ ਇੱਕ ਨਵੀਂ ਤਬਦੀਲੀ ਲੱਗ ਰਹੀ ਹੈ ਤੁਹਾਨੂੰ? ਕੋਈ ਵੱਡੀ ਗੱਲ ਨਹੀਂ ਕਿ ਜਿਹੜੀ NDP ਆ ਇਹਦੀਆਂ ਵੋਟਾਂ ਗ੍ਰੀਨ ਪਾਰਟੀ ਹੀ ਖਿੱਚਦੀ ਆ, ਅਤੇ ਕਿਸੇ ਸਮੇਂ ਜੇ NDP ਲਈ ਵੱਡੀ ਚੁਣੌਤੀ ਹੈ, ਗ੍ਰੀਨ ਪਾਰਟੀ ਵੀ ਬਣ ਸਕਦੀ ਹੈ ਜੇ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰੇ। ਤੁਸੀਂ ਸੋਨੀਆ ਦੀ ਗੱਲ ਕੀਤੀ, ਸੋਨੀਆ ਫਸਟਨੌ ਦੀ ਡਿਬੇਟ ਦੇ ਵਿੱਚ ਜਿਹੜੀ ਪਰਫੋਰਮੈਂਸ ਸੀ ਨਾ, ਕੌਨਫੀਡੈਂਸ ਲੈਵਲ ਸੀ, ਮੈਨੂੰ ਬਿਲਕੁਲ ਉਹ ਸੀਨ ਯਾਦ ਆ ਗਿਆ ਜਦੋਂ ਫੈਡਰਲ ਪੱਧਰ 'ਤੇ ਇੱਕ ਪਾਸੇ ਕੰਜ਼ਰਵੇਟਿਵ ਲੀਡਰ, ਦੂਜੇ ਪਾਸੇ ਲਿਬਰਲ ਲੀਡਰ, ਅਤੇ ਉੱਥੇ ਨਾਲ ਖੜਾ ਸੀ ਆਪਣਾ ਜਗਮੀਤ ਸਿੰਘ ਨੌਜਵਾਨ, ਪਹਿਲੀ ਵਾਰ ਨੈਸ਼ਨਲ ਡਿਬੇਟ ਦੇ ਵਿੱਚ, ਅਤੇ ਰੰਗਦਾਰ ਭਾਈਚਾਰੇ ਦਾ ਉਹ ਬੰਦਾ। ਪਰ ਜਦੋਂ ਡਿਬੇਟ ਤੋਂ ਬਾਅਦ ਗੱਲ ਕੀਤੀ ਤਾਂ ਹਰ ਕੋਈ ਕਹਿੰਦਾ ਸੀ ਯਾਰ ਛਾ ਗਿਆ ਮੁੰਡਾ, ਕਮਾਲ ਕਰਤੀ। ਠੀਕ ਹੈ, ਸੀਟਾਂ ਜਿੰਨੀਆਂ ਵੀ ਨੇ, ਪਰ ਇੱਕ ਗੱਲ ਦੀ ਪਰਫੋਰਮੈਂਸ ਰਹੀ। ਹੁਣ ਜਦੋਂ ਅਸੀਂ ਸੋਨੀਆ ਫਸਟਨੌ ਦੀ ਗੱਲ ਕਰਦੇ ਹਾਂ, ਜਿਹੜਾ ਸਾਰਿਆਂ ਤੋਂ ਮਹੱਤਵਪੂਰਨ ਡਿਬੇਟ ਦੇ ਵਿੱਚ ਪੱਖ ਸੀ ਨਾ, ਉਹ ਪੱਖ ਸਾਂਝਾ ਕਰਨਾ ਬੜਾ ਜ਼ਰੂਰੀ ਹੈ। ਉਹ ਸਵਾਲ ਸੀ ਜਿਹੜਾ ਕਿ ਜਿਹੜੀ ਐਂਕਰ ਕਰਲ ਨੇ ਪੁੱਛਿਆ, ਉਹ ਸਵਾਲ ਇਹ ਸੀ ਕਿ ਤੁਸੀਂ ਤਿੰਨੇ ਮੁੱਖਧਾਰਾ ਭਾਈਚਾਰੇ ਨਾਲ ਸੰਬੰਧਿਤ ਹੋ, ਤੁਹਾਡੀ ਜਿਹੜੇ ਰੰਗ, ਤੁਹਾਡਾ ਇੱਕੋ ਹੀ ਕਮਿਊਨਿਟੀ ਐਟ ਲਾਰਜ ਦੇ ਵਿੱਚੋਂ, ਤੁਸੀਂ ਮਾਈਨੋਰਟੀਜ਼ ਦੀ, ਤੁਸੀਂ ਘੱਟ ਗਿਣਤੀਆਂ ਦੀ, ਤੁਸੀਂ ਇਮੀਗਰੈਂਟ ਦੀ, ਤੁਸੀਂ ਨੇਟਿਵ ਦੀ ਪੇਨ, ਉਹਨਾਂ ਦਾ ਦਰਦ ਕਿਵੇਂ ਮਹਿਸੂਸ ਕਰਦੇ ਹੋ? ਹੁਣ ਚਲੰਤ ਜਿਹਾ ਉੱਤਰ, ਡਾਕਟਰ ਐਂਡਰੂ ਵਿਲਕਿੰਸਨ ਸਾਡੀ ਲਿਬਰਲ ਪਾਰਟੀ ਜੀ ਸਾਰਿਆਂ ਨੂੰ ਬਰਾਬਰ ਰੱਖਦੀ ਹੈ, ਪ੍ਰੀਮੀਅਰ ਹੌਰਗਨ ਅਸੀਂ ਸਾਰਿਆਂ ਨੂੰ ਮੌਕਾ ਦਿੱਤਾ, ਇੱਥੋਂ ਤੱਕ ਪਹੁੰਚੇ ਨੇ, ਇਹ ਗੱਲ ਕਹਿ ਕੇ ਆਪਣਾ ਪੱਲਾ ਝਾੜਤਾ। ਉਹ ਸਵਾਲ ਦਾ ਉੱਤਰ ਉਹ ਔਰਤ ਕਿਵੇਂ ਦੇ ਰਹੀ ਹੈ, ਇਹ ਗੱਲ ਸੋਚਣ ਵਾਲੀ ਹੈ। ਸੋਨੀਆ ਫਸਟਨੌ ਨੇ ਇਹ ਕਿਹਾ, ਇਹ ਬੋਲਣਾ ਝੂਠ ਹੋਏਗਾ, ਇਹ ਗੱਲ ਗਲਤ ਹੋਏਗੀ ਜੇ ਮੈਂ ਕਹਾਂ ਕਿ ਮੈਂ ਉਹਨਾਂ ਮਾਈਨੋਰਟੀਜ਼, ਘੱਟ ਗਿਣਤੀ ਜਾਂ ਉਹਨਾਂ ਲੋਕਾਂ ਦੀ ਪੇਨ ਮਹਿਸੂਸ ਕਰ ਸਕਦੀ ਹਾਂ ਜਿਨ੍ਹਾਂ ਲੋਕਾਂ 'ਤੇ ਜ਼ੁਲਮ ਹੋ ਰਿਹਾ। ਉਹਨਾਂ ਦੀ ਪੇਨ ਉਹੀ ਮਹਿਸੂਸ ਕਰ ਸਕਦੇ ਨੇ, ਉਹਨਾਂ ਦਾ ਦਰਦ ਮੈਂ ਨਹੀਂ ਕਹਿ ਸਕਦੀ ਕਿ ਮੈਂ ਉਹਨਾਂ ਦਾ ਦਰਦ ਮਹਿਸੂਸ ਕਰਾਂਗੀ, ਕਿਉਂਕਿ ਜਿਸ ਹੱਡ ਲੱਗਦਾ, ਜਿਸ ਤਨ ਲੱਗ ਗਿਆ ਸੋ ਤਨ ਜਾਣੇ। ਇਹ ਇੱਕੋ ਹੀ ਜਵਾਬ ਉਹਨਾਂ ਦਾ ਲਾਜਵਾਬ ਕਰ ਗਿਆ। ਇਹ ਜਵਾਬ ਇਸ ਲੈਵਲ ਦਾ ਸੀ ਜਿਹੜਾ ਕਿ ਅੱਜ ਅਸੀਂ ਕਹਿੰਦੇ ਹਾਂ ਜੀ ਕੀ ਲੋੜ ਹੁੰਦੀ ਹੈ ਜੀ ਰੰਗਦਾਰ ਭਾਈਚਾਰਿਆਂ ਨੂੰ ਨੁਮਾਇੰਦਗੀ ਦੇਣ ਦੀ, ਤਾਂ ਕੀ ਹੈ ਜੇ ਬੰਦੇ ਕੰਮ ਕਰਦੇ ਆ ਤਾਂ ਜਿਹੜੇ ਮਰਜ਼ੀ ਹੋਣ, ਸਹੀ ਹੈ ਜਿਹੜੇ ਮਰਜ਼ੀ ਹੋਣ, ਰੰਗ ਦੇਖ ਕੇ ਰੰਗਦਾਰ ਭਾਈਚਾਰੇ ਨੂੰ ਨਾ ਚੁਣੋ। ਪਰ ਤੁਹਾਡੀ ਲੋੜ ਵੀ ਹੈ ਉਹਨਾਂ 'ਚੋਂ ਲਿਆਕਤ ਵਾਲੇ ਬੰਦੇ ਲੈ ਕੇ ਵੀ ਜਾਓ, ਕਿਉਂਕਿ ਉਹ ਦਰਦ ਜੋ ਮਹਿਸੂਸ ਕਰਦੇ ਨੇ ਉਹੀ ਕਹਿ ਸਕਦੇ ਨੇ। ਹੁਣ ਉਹਨੇ ਇਹ ਕਿਹਾ ਸਿਸਟਮੈਟਿਕ ਰੈਸਿਜ਼ਮ ਅਜੇ ਵੀ ਹੈ, ਇਹ ਨਸਲਵਾਦ ਵੀ ਹੈ, ਘੱਟ ਗਿਣਤੀਆਂ ਤੇ ਤਸ਼ੱਦਦ ਵੀ ਨੇ। ਇਹ ਗੱਲ ਸਵੀਕਾਰ ਕਰਨ ਤੋਂ ਬਾਅਦ ਖੁਦ ਪ੍ਰੀਮੀਅਰ ਨੂੰ ਇਹ ਗੱਲ ਕਹਿਣੀ ਪਈ ਕਿ ਮੈਂ ਇਸ ਤੋਂ ਬਿਹਤਰ ਉੱਤਰ ਦੇ ਸਕਦਾ ਸੀ। ਇਹ ਜਿਹੜੀ ਜਿੱਤ ਹੈ ਨਾ, ਇਸ ਜਿੱਤ ਨੇ ਲੋਕਾਂ ਦਾ ਦਿਲ ਜਿੱਤ ਲਿਆ। ਸੋਨੀਆ ਫਸਟਨੌ ਇਸ ਇੱਕੋ ਗੱਲ ਦੇ ਉੱਪਰ ਸਾਰਿਆਂ 'ਤੇ ਛਾ ਗਈ। ਜਿਹੜਾ ਅੱਜ ਅਸੀਂ ਕਹਿ ਰਹੇ ਕਿ ਅਮਨਦੀਪ ਸਿੰਘ
ਅਸੈਂਬਲੀ ਦੇ ਵਿੱਚ ਜਾ ਰਿਹਾ ਹੈ। ਕੋਈ ਵੇਲਾ ਸੀ ਜਦੋਂ ਇੱਥੇ ਵੋਟ ਪਾਉਣ ਦਾ ਹੱਕ ਵੀ ਨਹੀਂ ਸੀ। ਅੱਜ ਹੈਰੀ ਬੈਂਸ ਹੁਣੀ ਸਾਡੇ ਕਿਰਤ ਮੰਤਰੀ ਰਹੇ ਆ। ਕੋਈ ਵੇਲਾ ਸੀ ਜਦੋਂ ਉਹਨਾਂ ਨੂੰ ਹੀ ਉੱਥੇ ਸਾਹ ਮਿੱਲ ਦੇ ਵਿੱਚ ਬੈਠਣ ਨਹੀਂ ਸੀ ਦਿੱਤਾ ਜਾਂਦਾ, ਬਰਾਬਰ ਰੋਟੀ ਨਹੀਂ ਸੀ ਖਾਣ ਦਿੱਤੀ ਜਾਂਦੀ ਵੀ ਤੁਹਾਡੀ ਰੋਟੀ 'ਚੋਂ ਸਮੈਲ ਆਉਂਦੀ ਆ। ਜਿਹੜਾ ਇਹ ਰੇਸਿਜ਼ਮ ਵਾਲਾ ਮੁੱਦਾ ਆ, ਇਹ ਵੀ ਕਾਫੀ ਇੰਪੋਰਟੈਂਟ ਆ। ਥੋੜ੍ਹੇ ਸਾਲ ਪਹਿਲਾਂ ਹੀ ਸ਼ਾਇਦ ਤੁਹਾਨੂੰ ਯਾਦ ਹੋਊਗਾ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਇੱਕ ਸਟੱਡੀ ਕੀਤੀ ਸੀ, ਸ਼ਾਇਦ ਉੱਥੋਂ ਦੇ ਸਟੂਡੈਂਟਸ ਨੇ, ਕਿ ਇੱਕ ਰੈਜ਼ਮੇ ਲੈ ਕੇ ਸੇਮ ਕੁਆਲੀਫਿਕੇਸ਼ਨ ਸਾਰਾ ਕੁਝ ਸੇਮ ਨੂੰ ਵੱਖ-ਵੱਖ ਨਾਵਾਂ ਦੇ ਤਹਿਤ ਉਹਨਾਂ ਨੇ ਭੇਜਿਆ ਕਿ ਜਿਹੜੇ ਤਾਂ ਗੋਰਿਆਂ ਵਰਗੇ ਨਾਂ ਸੀ ਉਹਨਾਂ ਨਾਵਾਂ ਨੂੰ ਉਹ ਜੌਬ ਦੇ ਲਈ ਸੱਦਾ ਆ ਗਿਆ, ਤੇ ਜਿਹੜੇ ਦੂਜੇ ਨਾਂ ਸੀ ਉਹਨਾਂ ਨੂੰ ਨਹੀਂ ਆਇਆ। ਕਈ ਸਾਡੇ ਵਰਗਿਆਂ ਨੇ ਨਾਂ ਆਪਣੇ ਗੋਰਿਆਂ ਵਰਗੇ ਰੱਖੇ ਸੀ, ਉਹਨਾਂ ਨੂੰ ਸੱਦ ਤਾਂ ਲਿਆ ਗਿਆ ਉੱਥੇ, ਪਰ ਉਹਦੇ ਤੋਂ ਬਾਅਦ ਜਵਾਬ ਦੇ ਦਿੱਤਾ ਗਿਆ। ਸੋ ਸਿਲੈਕਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਉਹਨਾਂ ਸਾਰਿਆਂ ਦੀ, ਜਿੱਥੋਂ ਕਿ ਸਾਫ਼ ਤੌਰ 'ਤੇ ਉਹਨਾਂ ਨੇ ਇੱਕ ਇਨਫਰੈਂਸ ਡਰਾ ਕੀਤਾ, ਇੱਕ ਐਨਾਲਿਸਿਸ ਕੀਤਾ ਕਿ ਰੇਸਿਜ਼ਮ ਹੈਗਾ ਆ, ਫਰਕ ਹੈਗਾ ਆ। ਈਵਨ NDP ਦੇ ਵਿੱਚ ਪ੍ਰੀਮੀਅਰ ਜੌਨ ਹੌਰਗਨ ਦੇ ਆਫਿਸ ਦੇ ਵਿੱਚ ਵੀ ਦੇਖ ਲਓ ਕਿੰਨੇ ਕੰਮ ਕਰਨ ਵਾਲੇ ਆ, ਉਹਨਾਂ ਦੇ ਵਿੱਚੋਂ ਕਿੰਨੇ ਹੈਗੇ ਆ 5% ਦੂਜੇ ਜਿਹੜੇ ਮਾਈਨੋਰਿਟੀ ਆ ਉਹ ਨਜ਼ਰ ਆਉਂਦੀ ਆ। ਇਸ ਚੀਜ਼ ਨੂੰ ਹੈਂਡਲ ਕਰਨ ਦੇ ਲਈ ਜਿਹੜਾ ਇੱਕ ਹਿਊਮਨ ਰਾਈਟ ਕਮਿਸ਼ਨ ਦੀ ਗੱਲ ਵੀ ਆਉਂਦੀ ਹੈ, ਇਹਦੇ ਉੱਤੇ ਤੁਸੀਂ ਲਿਬਰਲ ਤੇ NDP ਨੂੰ ਕਿਹਦੀ ਪਰਫਾਰਮੈਂਸ ਕਿਸ ਤਰ੍ਹਾਂ ਦੇਖਦੇ ਆ ਜੀ? ਲਿਬਰਲ ਦੀ ਪਰਫਾਰਮੈਂਸ ਤਾਂ ਇਸ ਗੱਲ ਦੇ ਵਿੱਚ ਇਸ ਕਰਕੇ ਨਕਾਰਾਤਮਕ ਰਹੀ ਹੈ ਕਿ ਉਹਨੇ ਹਿਊਮਨ ਰਾਈਟਸ ਕਮਿਸ਼ਨ ਭੰਗ ਕੀਤਾ, ਅਬੋਲਿਸ਼ ਕੀਤਾ, ਜੋ ਕਿ ਮਾੜੀ ਗੱਲ ਸੀ। ਉਹਨੇ ਕਿਹਾ ਅਸੀਂ ਟ੍ਰਿਬਿਊਨਲ ਬਣਾਤਾ, ਕਿਉਂ ਭੰਗ ਕਰ ਰਹੇ ਹੋ? ਕਮਿਸ਼ਨ ਬਣਾਇਆ ਹੋਇਆ, ਤੁਹਾਨੂੰ ਕੀ ਤਕਲੀਫ ਦਿੰਦਾ? ਇਹਦੇ ਰਾਹੀਂ ਜੇ ਕਿਤੇ ਮਸਲੇ ਸੁਣੇ ਜਾਂਦੇ ਆ, ਜਿਹੜੇ ਉਹ ਮਾਈਨੋਰਟੀਜ਼ ਨੇ, ਘੱਟ ਗਿਣਤੀਆਂ ਨੇ, ਜਿਨ੍ਹਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਤੁਸੀਂ ਸੁਣਨ ਵਾਸਤੇ ਬਣਾਇਆ, ਇਹਨੂੰ ਭੰਗ ਕਿਉਂ ਕਰ ਰਹੇ ਹੋ? ਸੋ ਲਿਬਰਲ ਇੱਥੇ ਫੇਲ ਹੋਈ ਹੈ ਬਿਲਕੁਲ। ਜਿਹੜੀ UBC ਦੀ ਇਸ ਤੋਂ ਪਹਿਲਾਂ ਸਟੱਡੀ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਬਾਰੇ ਮੈਂ ਇੱਕ ਗੱਲ ਕਰਨੀ ਚਾਹਾਂਗਾ। ਪਿਛਲੇ ਦਿਨੀ ਸਾਡੇ ਬੱਚੇ ਘਰੇ ਕੁਛ ਨਾਟਕ ਦੀ ਤਿਆਰੀ ਕਰ ਰਹੇ ਸਨ, ਮੈਂ ਬੈਠ ਗਿਆ, ਮੈਂ ਕਿਹਾ ਕੀ ਕਰ ਰਿਹਾ ਦੱਸੋ, ਤੇ ਉਹ ਬੋਲ ਕੇ ਪਰਫਾਰਮ ਕਰਕੇ ਦੱਸ ਰਿਹਾ ਸੀ, ਕਿਉਂਕਿ ਉਹਨੇ ਆਪਣੀ ਭਾਸ਼ਾ ਦੇ ਵਿੱਚ ਦੱਸ ਰਿਹਾ, ਫਰੈਂਚ ਦੇ ਵਿੱਚ ਉਹਨਾਂ ਦਾ ਫਲੂਐਂਟ ਚੰਗਾ ਹੈ, ਤੇ ਨਾਲ ਇੰਗਲਿਸ਼ ਵੀ ਬੋਲ ਰਿਹਾ। ਦੂਸਰੇ ਨੂੰ ਦੱਸ ਰਿਹਾ ਕਿ ਮੈਂ ਜੇ ਪੱਗ ਬੰਨੀ ਹੈ ਸਿਰ ਤੇ, ਮੈਂ ਇਸ ਤਰ੍ਹਾਂ ਦੀ ਸ਼ਕਲ ਸੂਰਤ ਵਾਲਾ, ਤੇ ਮੈਨੂੰ ਕਿਉਂ ਨਹੀਂ ਕਾਬਲ ਸਮਝਿਆ ਜਾਂਦਾ? ਕਾਹਦੇ ਵਾਸਤੇ? ਕਿਉਂ ਨਹੀਂ? ਮੇਰਾ ਡਿਗਰੀ, ਮੇਰਾ ਕ੍ਰੈਡੈਂਸ਼ੀਅਲ, ਮੇਰੀ ਯੋਗਤਾ ਘੱਟ ਹੈ, ਕੀ ਕਾਰਨ ਹੈ? ਮੈਂ ਉੱਥੋਂ ਨੋਟ ਕੀਤਾ ਕਿ ਇਹ ਜਿਹੜੀ ਇਹ ਡਰਾਮੇ ਦੀ ਪਰਫਾਰਮੈਂਸ ਵਾਸਤੇ ਮੋਇਟ ਸਕੂਲ ਦੇ ਵਿੱਚ ਪੜ੍ਹਦੇ ਨੇ, ਉਹਨੇ ਮੌਕਾ ਦਿੱਤਾ। ਇਹਦਾ ਮਤਲਬ ਅਜੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ। ਬੱਚੇ ਕਈ ਵਾਰ ਆ ਕੇ ਵੀ ਦੱਸਦੇ ਨੇ, ਖਾਸ ਤੌਰ 'ਤੇ ਜਿਵੇਂ ਆਇਡੈਂਟੀਟੀ ਦੀ ਗੱਲ ਕੀਤੀ ਹੈ ਜਾਂ ਪੂਰਾ ਨਾਂ ਲਿਖਦੇ ਨੇ, ਉਹਨਾਂ ਨੂੰ ਰਿਵਰਸ ਰੇਸਿਜ਼ਮ ਤੱਕ ਵੀ ਸਾਹਮਣਾ ਕਰਨਾ ਪੈਂਦਾ ਹੈ। ਰੇਸਿਜ਼ਮ ਦੀ ਇਹ ਸਮੱਸਿਆ RCMP ਦੀ ਜੇ ਸਟੱਡੀ ਹੋਈ, ਜਿਸ ਦੇ ਬਾਰੇ NDP ਦੇ ਆਗੂ ਜਗਮੀਤ ਸਿੰਘ ਨੇ ਖੁੱਲ੍ਹ ਕੇ ਗੱਲ ਕੀਤੀ ਪਾਰਲੀਮੈਂਟ ਦੇ ਵਿੱਚ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਕਿ ਸਿਸਟਮੈਟਿਕ ਰੇਸਿਜ਼ਮ ਚੱਲ ਰਿਹਾ ਹੈ, ਇਹਦਾ ਮਤਲਬ ਐਗਜ਼ਿਸਟ ਕਰਦਾ। ਜਦੋਂ ਇਹ ਕਹਿ ਦੇਣਾ ਕਿ ਜੀ ਜਿਵੇਂ ਇੰਡੀਆ 'ਚ ਪਿੱਛੇ ਜੇ ਇੱਕ ਨਾਅਰਾ ਚੱਲਿਆ ਜੀ, ਉਹ ਜੀ ਚਾਹੇ ਟੋਪੀ ਹੈ, ਚਾਹੇ ਪੱਗ ਹੈ, ਚਾਹੇ ਜਾਬ ਹੈ, ਜੀ ਗੱਲ ਇਹ ਹੈ ਕਿ ਇੱਕੋ ਹੀ ਗੱਲ ਹੈ, ਇਹਨਾਂ 'ਚੋਂ ਬਾਹਰ ਨਿਕਲੋ। ਨਹੀਂ ਬਾਹਰ ਨਿਕਲ ਸਕਦੇ। ਜਿਹੜੀਆਂ ਬਹੁ ਗਿਣਤੀ ਲੋਕਾਂ ਦੀ ਆਇਡੈਂਟੀਟੀ ਹੈ, ਉਹ ਆਇਡੈਂਟੀਟੀ ਨੂੰ ਖਤਰਾ ਨਹੀਂ, ਖਤਰਾ ਉਹਨਾਂ ਨੂੰ ਹੀ ਹੁੰਦਾ ਜਿਨ੍ਹਾਂ ਦੀ ਮਾਈਨੋਰਟੀ ਹੈ। ਹੁਣ ਤੁਸੀਂ ਬਰਕਸੇ BC ਦੇ ਵਿੱਚ ਇਸ ਵੇਲੇ ਦਸਤਾਰ ਦਾ ਮਸਲਾ ਚੱਲ ਰਿਹਾ ਜੀ। ਅਵਤਾਰ ਸਿੰਘ ਢਿੱਲੋਂ ਇਹਨਾਂ ਸੱਜਣਾ ਨੇ ਮੋਟਰਸਾਈਕਲ ਜੋ ਚਲਾਉਣਾ ਹੈਲਮਟ ਤੋਂ ਬਗੈਰ, ਉਹਦੇ ਲਈ ਸੰਘਰਸ਼ ਕੀਤਾ, ਹੋਰ ਕਈ ਸੰਘਰਸ਼ ਕੀਤੇ, ਪਰ ਇੱਥੇ ਕਿਰਤ ਮੰਤਰੀ ਸਾਡੇ ਹੋਣ ਦੇ ਬਾਵਜੂਦ ਇਹ ਮਸਲਾ ਹੱਲ ਨਹੀਂ ਹੋਇਆ। ਚਾਹੇ ਬਲਤੇਜ ਸਿੰਘ ਢਿੱਲੋਂ ਉਹਦੇ ਮੈਂਬਰ ਵੀ ਬਣਾ ਦਿੱਤੇ ਗਏ ਉਸ ਸਿਸਟਮ ਦੇ ਵਿੱਚ ਜਾ ਕੇ ਵੀ, ਪਰ ਮਸਲਾ ਹੱਲ ਨਹੀਂ ਹੋਇਆ। ਹੁਣ ਜਦੋਂ ਖੁਦ ਇੱਕ ਵਿਧਾਨ ਸਭਾ 'ਚ ਬੈਠਾ ਬੰਦਾ ਵਕੀਲ ਹੈ, ਜੇਕਰ ਉਹ ਜਾ ਕੇ ਬੋਲੇਗਾ ਕਿ ਮੈਂ ਦੱਸ ਸਕਦਾ ਕਿ ਇਹ ਜਿਹੜਾ ਹੈ ਵਰਕਸੇ BC ਦੇ ਵਿੱਚ ਜਾਂ ਇਹਨਾਂ ਦੇ ਹੋਰ ਅਦਾਰਿਆਂ ਦੇ ਵਿੱਚ ਇਹ ਦਸਤਾਰ ਜਿਹੜੀ ਹੈ, ਇਸ 'ਤੇ ਪਾਬੰਦੀ ਗਲਤ ਹੈ, ਉਹਦੇ ਕਾਰਨ ਉਹ ਬਿਆਨ ਕਰੇਗਾ, ਤਾਂ ਇਹਦਾ ਫਰਕ ਬਹੁਤ ਪੈਂਦਾ। ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਜੇ ਕਿਸੇ ਦੀ ਹਮਾਇਤ ਕਰਨੀ ਹੈ ਤੁਸੀਂ ਉਹੇ ਜਿਹੇ ਹੀ ਹੋਵੋ, ਤੁਸੀਂ ਹਾਂ ਦਾ ਨਾਰਾ ਮਾਰ ਸਕਦੇ ਹੋ, ਪਰ ਦਰਦ ਪੂਰੀ ਤਰ੍ਹਾਂ ਮੁਕੰਮਲ ਜੇ ਬਿਆਨ ਕਰਨਾ ਨਾ, ਤਾਂ ਉਹੀ ਕਰ ਸਕਦਾ ਜਿਸ ਦੇ ਹੱਡੀ ਉਹ ਚੁੱਭ ਰਿਹਾ। ਇੱਕ ਹੋਰ ਗੱਲ, ਤੁਸੀਂ ਰੀਅਲ ਸਟੇਟ ਦੇ ਵਿੱਚ ਤੁਹਾਡਾ ਬਹੁਤ ਲੰਬਾ ਚੌੜਾ ਤਜਰਬਾ, ਤੁਸੀਂ ਬਹੁਤ ਐਕਟਿਵ ਹੋ ਰੀਅਲ ਸਟੇਟ ਦੇ ਵਿੱਚ, ਰੀਅਲਟਰ ਹੋ ਤੁਸੀਂ। ਬਹੁਤ ਸਾਰੇ ਟੈਕਸ ਲਾਏ ਗਏ ਸੀ NDP ਵੱਲੋਂ ਪਿਛਲੇ ਸਮੇਂ ਦੇ ਵਿੱਚ, ਇਹਨਾਂ ਦੀ ਜਿਹੜਾ ਸਪੈਕੂਲੇਸ਼ਨ ਟੈਕਸ ਜਾਂ ਹੋਰ ਜਿਹੜੇ ਟੈਕਸ ਸੀਗੇ, ਉਹਦੇ ਨਾਲ ਆਸ ਇਹ ਕੀਤੀ ਜਾਂਦੀ ਸੀ ਵੀ ਇਹ ਮਾਰਕੀਟ ਜਿਹੜੀ ਆ ਕੂਲ ਡਾਊਨ ਹੋ ਜਾਊਗੀ, ਥੱਲੇ ਆ ਜਾਊਗੀ, ਜਿਹੜਾ ਨਵਾਂ ਲੈਣ ਵਾਲਾ ਘਰ ਆ ਉਹਦੀ ਮਦਦ ਹੋ ਜਾਊਗੀ, ਉਹ ਘਰ ਲੈ ਸਕਦਾ ਕਿ ਇਹ ਬਿਨਾਂ ਲੋੜ ਤੋਂ ਵਧੀ ਪਈ ਆ। ਮਾਰਕੀਟ ਫੇਰ ਥੱਲੇ ਨਹੀਂ ਆਈ। ਕੀ ਇਹ ਪ੍ਰੋਵਿੰਸ ਦੇ ਹੱਥ ਵਿੱਚ ਹੀ ਨਹੀਂ? ਕੀ ਉਹ ਟੈਕਸ ਲਾਉਣੇ ਵੀ ਇਹਨਾਂ ਦੇ ਹੱਕ ਵਿੱਚ ਗਏ, ਜਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਉਹਨੂੰ ਥੱਲੇ ਲਿਆਉਣ ਦੀ? ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਜੀ? ਐਕਚੁਅਲੀ ਜਿੱਥੋਂ ਤੱਕ ਤਾਂ ਟੈਕਸ ਦੀ ਗੱਲ ਹੈ, ਟੈਕਸ ਤੇ ਕੋਈ ਵੀ ਨਹੀਂ ਖੁਸ਼ ਹੁੰਦਾ। ਜਿਹੜੇ ਐਕਸਟਰਾ ਟੈਕਸ ਇਸ ਤਰ੍ਹਾਂ ਦੀ, ਜਾਂ ਹੁਣ ਈਵਨ ਇਹ ਵੀ ਵਧਾ ਦਿੱਤਾ ਕਿ ਕਿਸੇ ਪ੍ਰਾਪਰਟੀ ਦੇ ਪ੍ਰਾਪਰਟੀ ਟਰਾਂਸਫਰ ਟੈਕਸ, ਉਹ ਚੱਕ ਕੇ ਜੇ ਤੁਸੀਂ ਇੱਕ ਲਾਟ ਲਈ ਹੈ, ਲਾਟ ਹੁਣ ਤੁਸੀਂ 2018 ਦੇ ਵਿੱਚ ਲਈ,
ਉਸ ਲਾਟ ਦਾ ਜਿਹੜਾ ਹੈ ਉਹਦਾ ਜੋ ਮੁੱਲ ਹੈ, ਨਿਰਧਾਰਨ ਹੈ, ਸਾਰਾ ਕੁਛ ਹੈ, ਜਦੋਂ ਕੰਪਲੀਸ਼ਨ ਹੋ ਗਈ ਸਾਰਾ ਕੁਛ ਦੇਤਾ, 2 ਸਾਲ ਬਾਅਦ ਤੁਸੀਂ ਕਹੋ 2000 4000 ਹੋਰ ਲਿਆਓ ਕਿ ਇਹਦੀ ਅੱਜ ਦੀ ਵੈਲਿਊ ਇੰਨੀ ਹੈ, ਇਹ ਬਹੁਤ ਮੂਰਖਤਾ ਪੂਰਨ ਲੱਗਦਾ ਕਈਆਂ ਨੂੰ। ਪਰ ਸਰਕਾਰ ਨੇ ਨੀਤੀ ਬਣਾ ਦਿੱਤੀ, ਸਪੈਕੂਲੇਸ਼ਨ ਟੈਕਸ ਦੀ ਗੱਲ ਕੀਤੀ, ਕਈਆਂ ਹੋਰ ਟੈਕਸ ਦੀ ਗੱਲ ਕੀਤੀ। ਪਰ ਰੀਅਲ ਸਟੇਟ ਦੀ ਮਾਰਕੀਟ ਦਾ ਥੱਲੇ ਨਾ ਆਉਣਾ, ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਲੋਕਾਂ ਦੇ ਅੰਦਰ ਡਿਮਾਂਡ ਹੈ, ਬਹੁਤ ਡਿਮਾਂਡ ਹੈ। ਹੁਣ ਮੈਂ ਆਉਣਾ ਕਿ ਕੋਵਿਡ ਦੇ ਪ੍ਰਭਾਵ ਦੇ ਵਿੱਚ ਕੀ ਹੋਇਆ ਕਿ ਮੌਰਗੇਜ ਦੇ ਰੇਟ ਜਿਹੜੇ ਸਨ ਉਹ ਥੱਲੇ ਆਏ। ਕੈਨੇਡਾ ਦੇ ਬਕਾਇਦਾ ਬੈਂਕ ਆਫ ਕੈਨੇਡਾ ਨੇ ਜਿਹੜਾ ਇੰਟਰਸਟ ਰੇਟ ਹੈ ਉਹਨੂੰ ਨਿਰਧਾਰਿਤ ਕਰਤਾ ਅਤੇ ਇਹ ਵੀ ਕਹਿਤਾ ਕਿ ਆਉਂਦੇ 1-2 ਸਾਲਾਂ ਤੱਕ ਵਧੇਗਾ ਨਹੀਂ। ਇਸ ਗੱਲ ਦਾ ਵੀ ਕਈਆਂ ਨੇ ਅੰਦਾਜ਼ੇ ਲਾਏ ਜੀ ਮਾਰਕੀਟ ਦੇ ਵਿੱਚ $1,00,000 ਦੇ ਥੱਲੇ ਆ ਜਾਏਗਾ, 10% ਥੱਲੇ ਆ ਜਾਏਗਾ। ਉਹ ਗਲਤ ਸਾਬਤ ਹੋਇਆ। ਟੈਕਸ ਜਿਹੜੇ ਹਨ ਉਹ ਕਿਸੇ ਤਰ੍ਹਾਂ ਵੀ ਹੱਕ 'ਚ ਨਹੀਂ ਗਏ ਅਤੇ ਲੋਕਾਂ ਨੇ NDP ਨੂੰ ਰੀਅਲ ਸਟੇਟ ਦੇ ਖੇਤਰ 'ਚ ਜਾਂ ਇਹਨਾਂ ਖੇਤਰਾਂ 'ਚ ਕੀਤਾ ਵੀ ਹੈ, NDP ਦੀ ਆਲੋਚਨਾ ਵੀ ਕੀਤੀ ਹੈ। ਪਰ ਰੀਅਲ ਸਟੇਟ ਮਾਰਕੀਟ ਦਾ ਕਾਰਨ ਇਹ ਹੀ ਹੈ ਕਿ ਲੋਕ ਕਹਿੰਦੇ ਮੌਰਗੇਜ ਰੇਟ ਹੁਣ ਠੀਕ ਹੈ, ਪੈਸੇ ਵੀ ਆਉਂਦੇ ਰਹੇ ਨੇ, ਇਹ ਠੀਕ ਹੈ ਕਿ ਹੁਣ ਕੰਮ ਕਰਨਗੇ, ਆਉਣਗੇ, ਕਿੰਨਾ ਕੁ ਚਿਰ ਘਰੇ ਬੈਠੇ ਆਉਂਦੇ ਰਹਿਣਗੇ। ਇਹ ਗੱਲ ਤਾਂ ਡੱਕਾ ਤੋੜਨਾ ਤਾਂ ਪਏਗਾ। ਇਹ ਗੱਲ ਹੈ ਕਿ ਚਾਹੁੰਦੇ ਵੀ ਨਹੀਂ ਐਸੇ ਗੱਲ ਕਿ ਲੋਕ ਘਰੇ ਬਹਿਣਾ, ਪਰ ਬਹੁਤ ਸਾਰਿਆਂ ਨੇ ਆਪਣੇ ਇਹਦੇ ਲਈ ਕੁਝ ਮੌਜਾਂ ਵੀ ਮਾਣੀਆਂ ਨੇ, ਜਾਣਾ ਤਾਂ ਪਏਗਾ। ਲੇਕਿਨ ਸੱਚਾਈ ਇਹ ਹੈ ਕਿ ਡਿਮਾਂਡ ਜਿਹੜੀ ਹੈ ਉਹ ਵਧੀ ਹੈ। ਲੋਕ ਕਹਿੰਦੇ ਟਾਊਨ ਹਾਊਸਾਂ 'ਚੋਂ ਨਿਕਲ ਕੇ ਘਰ ਖਰੀਦੋ, ਜਿਹੜੇ ਬੇਸਮੈਂਟ 'ਚ ਰੈਂਟ ਦੇ ਰਹੇ ਸੀ ਉਹ ਕਹਿੰਦੇ ਅਸੀਂ ਹੁਣ ਐਲੀਜੀਬਲ ਹੋ ਸਕਦੇ ਹਾਂ, ਮੌਰਗੇਜ ਦੇ ਰੇਟ ਘੱਟ ਨੇ ਤਾਂ ਇੰਟਰਸਟ ਰੇਟ ਘੱਟ ਹੈ ਅਤੇ ਆਓ ਅਸੀਂ ਘਰ ਲੈ ਲਈਏ। ਇਸ ਕਰਕੇ ਮਾਰਕੀਟ ਵਧੀ ਹੈ। ਸੋ ਇਸ ਮਾਰਕੀਟ ਨੂੰ ਅਜੇ ਵੀ ਜਿਹੜਾ ਅਸੀਂ ਦੇਖਦੇ ਹਾਂ ਕਿ ਇਸ ਦਾ ਜਿਹੜਾ ਗ੍ਰਾਫ ਹੈ ਨਿਰੰਤਰ ਵੱਧ ਰਿਹਾ। ਸੋ ਸਰਕਾਰ ਨੂੰ ਇਹ ਚੀਜ਼ ਵੀ ਹਾਨੀ ਨਹੀਂ ਪਹੁੰਚਾ ਕੇ ਗਈ, ਇਹ ਵੀ ਸਰਕਾਰ ਦੇ ਹੱਕ 'ਚ ਗਈ ਹੈ ਕਿ ਓਵਰਆਲ ਜਿਹੜਾ ਹੈ ਬਿਜ਼ਨਸ ਦਾ ਜਿਹੜਾ ਇਹ ਖੇਤਰ ਹੈ ਵਧੇਗਾ। ਕਿਉਂਕਿ ਟਰੱਕਾਂ ਵਾਲੇ, ਟੈਕਸੀਆਂ ਵਾਲੇ, ਕੰਮਾਂਕਾਰਾਂ ਵਾਲੇ, ਮਿਹਨਤਕਸ਼ ਵਰਗ ਜੇ ਉਹ ਘਰ ਖਰੀਦਣ ਦੇ ਯੋਗ ਹੋ ਗਏ, ਉਹ ਬੜੇ ਖੁਸ਼ ਨੇ ਕਿ ਚੰਗਾ ਸਾਨੂੰ ਕੋਈ ਘਰ ਮਿਲ ਗਿਆ। ਵੇਚਣ ਵਾਲੇ ਇਸ ਕਰਕੇ ਖੁਸ਼ ਨੇ ਕਿ ਰੇਟ ਚੰਗਾ ਮਿਲ ਗਿਆ। ਸੋ ਹੁਣ ਉਦਾਸ ਕੋਈ ਵੀ ਨਹੀਂ। NDP ਤੋਂ ਕੀ ਆਸ ਕਰਦੇ ਹੋ ਤੁਸੀਂ ਐਜ਼ ਅ ਰੀਅਲਟਰ, ਜਾਂ ਇੱਕ ਜੇ ਇਸ ਪੱਖ ਤੋਂ ਦੇਖਿਆ ਜਾਵੇ ਕਿ ਅਫੋਰਡੇਬਿਲਟੀ ਜਿਹੜੀ ਹੋ ਜਾਏ ਜਾਂ ਘਰਾਂ ਦੀ ਮਾਰਕੀਟ ਥੋੜ੍ਹੀ ਜਿਹੀ ਲੋਕਾਂ ਦੇ ਵੱਸ ਵਿੱਚ ਆ ਜਾਏ, ਇਹਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਕੁਝ ਕਰ ਸਕਦੀ ਹੈ? ਬਹੁਤ ਕੁਝ ਕਰ ਸਕਦੀ ਹੈ ਜੀ। ਸਾਰਿਆਂ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਜਿਹੜੀ ਇਨਫਰਾਸਟਰਕਚਰ ਹੈ ਜਿਹੜਾ ਉਹ ਵੱਧ ਤੋਂ ਵੱਧ ਮੁਹੱਈਆ ਕਰਾਉਣਾ, ਇਹ ਵੀ ਸਰਕਾਰ ਦੇ ਦਾਇਰੇ 'ਚ ਹੁੰਦਾ। ਅਸੀਂ ਇਸ ਗੱਲ ਨੂੰ ਸੋਚੀਏ ਕਿ ਕੋਈ ਨਾ ਕੋਈ ਜਿਹੜਾ ਹੈ ਉਹਨਾਂ ਦੇ ਵਾਸਤੇ, ਕਿਉਂਕਿ ਕੋਈ ਵੀ ਚੀਜ਼ ਖਰੀਦਣੀ ਇੰਨੀ ਉੱਚੀ ਨਾ ਚਲੀ ਜਾਏ ਜਿਹਦੇ ਕਰਕੇ ਉਹ ਲੋਕ ਪਰੇਸ਼ਾਨ ਹੋਣ। ਜਿਵੇਂ ਟਰਾਂਸਫਰ ਟੈਕਸ ਹੈ, ਇਹ ਵੀ ਇੱਕ ਲੋਕਾਂ ਦਾ ਇਹ ਹੈ ਕਿ ਸਹੂਲਤ ਦਿਓ। ਇੱਕ ਵਾਰ ਤੁਸੀਂ ਲੈ ਲਿਆ, ਦੂਜੀ ਵਾਰ ਫੇਰ ਲੈ ਲਿਆ, ਤੀਜੀ ਵਾਰ। ਇੱਕ ਬੰਦਾ ਜੇ ਪ੍ਰੋਪਰਟੀ ਖਰੀਦ ਕੇ ਬਾਅਦ ਦੇ ਵਿੱਚ ਖਰੀਦ ਕੇ ਬਦਲਦਾ ਆਪਣੇ ਵਾਸਤੇ, ਇੱਕ ਤਾਂ ਹੈ ਕਿ ਇਨਕਮ ਲਈ ਕਿਸੇ ਇਨਵੈਸਟਮੈਂਟ ਦੇ ਉੱਪਰ ਜਾਂਦਾ, ਇੱਕ ਜਿਹੜਾ ਬੰਦਾ ਆਪਣੇ ਵਾਸਤੇ ਹੀ ਪ੍ਰੋਪਰਟੀ ਦੁਬਾਰਾ ਲੈਂਦਾ, ਘਰ ਇੱਕ ਵੇਚ ਕੇ ਦੂਜੀ ਵਾਰੀ, ਹਰ ਵਾਰੀ ਤੁਸੀਂ ਉਹਦੀ ਪੋਕਟ ਕੱਟਦੇ ਹੋ। ਉਹ ਕਿੰਨੀ ਮਿਹਨਤ ਦੇ ਨਾਲ ਉੱਥੋਂ ਤੱਕ ਪਹੁੰਚਿਆ ਅਤੇ ਹਰ ਵਾਰੀ ਤੁਸੀਂ ਉਹਨੂੰ ਜਿਹੜਾ ਉਹ ਤੋਂ ਲੈਂਦੇ ਹੋ, ਇਹਨੂੰ ਘੱਟ ਕੀਤਾ ਜਾਏ। ਸੈਕੰਡ ਚੀਜ਼ ਇਹ ਹੈ ਕਿ ਜਿਹੜੇ ਹੋਰ ਬਹੁਤ ਸਾਰੇ ਤਰੀਕੇ ਨੇ ਜਿਹੜੇ ਸੂਬਾਈ ਇਕੋਨਮੀ ਨੂੰ ਵਧਾਉਣ ਲਈ ਰੀਅਲ ਸਟੇਟ ਮਾਰਕੀਟ ਨੂੰ ਕੁਝ ਬੈਨੀਫਿਟ ਦਿੱਤੇ ਜਾਣ ਉਹਨਾਂ ਦੇ ਵਾਸਤੇ ਵੀ। ਕਿਉਂਕਿ ਇੱਥੇ ਰੀਅਲ ਸਟੇਟ ਬੋਰਡ ਦਾ ਜਿਹੜਾ ਬਣਿਆ ਹੈ, ਆਪਣਾ ਇੱਕ ਬਕਾਇਦਾ ਕੌਂਸਲ ਬਣੀ ਹੈ, ਉਸ ਦੇ ਵਿੱਚ ਪ੍ਰਤੀਨਿਧਤਾ ਜਿਹੜੀ ਹੈ ਰੀਅਲ ਸਟੇਟ ਖੇਤਰ ਦੇ ਜਿਹੜੇ ਆ ਉਹਨਾਂ ਦੇ ਲੋਕਾਂ ਦੀ ਜਿਵੇਂ ਹੋਣੀ ਚਾਹੀਦੀ ਹੈ। ਇੱਕ ਆਪਣਾ ਜਿਹੜਾ ਵੱਡਾ ਲੀਡਰ ਸਰਕਾਰ ਅਪਾਇੰਟ ਕਰ ਰਹੀ ਹੈ, ਹੁਣ ਉਹ ਫੈਸਲੇ ਕਰਦਾ, ਉਹ ਵੀ ਗਲਤ ਹੈ। ਇਨਵੋਲਵਮੈਂਟ ਰੀਅਲ ਸਟੇਟ ਖੇਤਰ ਦਿਆਂ ਦੀ ਵੀ ਜਾਂ ਬਾਇਰ ਸੈਲਰ ਦੀ ਵੀ ਲਈ ਜਾਵੇ। ਸੋ ਇਸ ਨੂੰ ਵਧੀਆ ਬਣਾਇਆ ਜਾ ਸਕਦਾ। ਓਵਰਆਲ ਇਸ ਨੂੰ ਜੇ ਸਿਸਟਮੈਟਿਕ ਸਹੀ ਢੰਗ ਨਾਲ ਚੱਲਦਾ ਰਹੇਗਾ ਤਾਂ ਵਧੀਆ। ਇੱਕ ਵਾਰ ਜੰਪ ਕਰ ਲਿਆ ਫਿਰ ਥੱਲੇ ਆ ਗਿਆ, ਇਹ ਗੱਲ ਸਹੀ ਨਹੀਂ ਹੁੰਦੀ, ਇਕੋਨਮੀ ਲਈ ਕਦੇ ਵੀ ਠੀਕ ਨਹੀਂ। ਅਤੇ ਜਿਹੜੇ ਇਸ਼ੂ ਸੀਗੇ ਜਿਹੜਾ ਇਸ ਇਲੈਕਸ਼ਨ ਦੇ ਵਿੱਚ, ਉਹ ਤੁਹਾਡੇ ਹਿਸਾਬ ਨਾਲ ਠੀਕ ਚੱਕੇ ਗਏ ਜਾਂ ਮੀਡੀਆ ਦੇ ਵਿੱਚ ਕੁਛ ਹੋਰ ਸੁਣ ਰਿਹਾ ਸੀ ਵੀ 2-3 ਇਸ਼ੂ ਬਾਰ-ਬਾਰ ਜ਼ਿਕਰ ਹੋਈ ਜਾਂਦਾ ਸੀ, ਜਾਂ ਜਾਣਬੁੱਝ ਕੇ ਪ੍ਰੋਜੈਕਟ ਹੀ ਉਹਨਾਂ ਨੂੰ ਕੀਤਾ ਦੂਜੀ ਸਰਕਾਰ ਨੇ, ਵੀਰ ਨੇ ਵੀ? ਇਹ ਕੀ ਸੀ? ਇਹ ਫੇਅਰ ਸੀ, ਸਾਰਾ ਕੁਝ ਜੈਨੂਨ ਸੀ ਜੋ ਕੁਝ ਹੋ ਰਿਹਾ ਸੀ, ਜਾਂ ਇਹ ਵੀ ਕਿਸੇ ਤਰ੍ਹਾਂ ਕਿਤੇ ਸਕ੍ਰਿਪਟਡ ਸੀਗਾ ਕਿ ਕਿਹੜੇ ਇਸ਼ੂਜ਼ ਜ਼ਿਆਦਾ ਅੱਗੇ ਆਉਣਗੇ ਜਾਂ ਕਿਹਨਾਂ ਦੀ ਗੱਲ ਕੋਈ ਪਾਰਟੀ ਵੀ ਕਰਨ ਨੂੰ ਤਿਆਰ ਨਹੀਂ? ਲੋਕ ਤਾਂ ਸਹਿਜ ਦੇ ਵਿੱਚ ਜਿਹੜੇ ਆ ਵੋਟਾਂ ਪਾ ਕੇ ਜਿਵੇਂ ਗਏ ਆ, ਅਸੀਂ ਦੇਖਿਆ ਕਿ ਅਜੇ ਡਾਕ ਰਾਹੀਂ ਵੋਟਾਂ ਵੀ ਆਉਣੀਆਂ, ਉਹਨਾਂ ਦਾ ਰੁਝਾਨ ਵੀ ਕੁਛ ਉਵੇਂ ਹੀ ਲੱਗਦਾ ਜੀ। ਪਰ ਇਹ ਸਕ੍ਰਿਪਟਡ ਤਾਂ ਪੱਕਾ ਹੀ ਸੀ ਜੀ, ਇਹ ਤਾਂ ਕੋਈ ਸ਼ੱਕ ਹੀ ਨਹੀਂ। ਇਹ ਤਾਂ ਜਦੋਂ ਨੀਤੀ ਘਾੜੇ ਜਿਨ੍ਹਾਂ ਨੇ ਵੋਟਾਂ ਪਾਉਣ ਲਈ ਪੂਰੀ ਸਕ੍ਰਿਪਟ ਤਿਆਰ ਕੀਤੀ ਸੀ ਅਤੇ ਕਿਹਨੂੰ ਕਿੱਥੇ ਕਿੱਥੇ ਐਕਟਿੰਗ ਲਈ ਰੋਲ ਦੇਣਾ, ਉਹ ਪਹਿਲਾਂ ਹੀ ਤਿਆਰ ਹੈ। ਸਾਰਾ ਕੁਛ ਜਿਹੜਾ ਉਹਨਾਂ ਦਾ, ਉਹ ਜਿਵੇਂ ਕਹਿੰਦੇ ਨਾ ਜਿਸ ਤਰ੍ਹਾਂ ਨਚਾਉਣਾ ਸੀ ਉਵੇਂ ਤਰ੍ਹਾਂ ਨੱਚੇ ਆ ਲੋਕ ਵੀ। ਨਚਾਉਣ ਵਾਲਾ ਜਿਹੜਾ ਸੀ ਉਹਨੇ ਉਵੇਂ ਨਚਾਏ ਆ ਅਤੇ ਲੋਕ ਵੀ ਉਵੇਂ ਨੱਚੇ, ਕਿਉਂਕਿ ਉਹਨੂੰ ਪਤਾ ਸੀ ਕਿ ਲੋਕ ਹੋਰ ਤਰ੍ਹਾਂ ਜਾ ਹੀ ਨਹੀਂ ਸਕਦੇ। ਸੋ ਇਹ ਸਾਰਾ ਕੁਛ ਸੀ। ਹਾਂ, ਮੈਂ ਫਿਰ ਕਹਿੰਦਾ ਵਿਰੋਧੀ ਪਾਰਟੀ ਦੇ ਕੋਲ ਕੋਈ ਸਾਰਥਿਕ ਏਜੰਡਾ ਨਹੀਂ ਸੀ
ਇਸ ਗੱਲ ਨੂੰ ਸਾਬਤ ਕਰਨ ਲਈ ਕਿ ਐਨਡੀਪੀ ਫੇਲ ਹੋਈ ਹੈ। ਉਹ ਜੇ ਪੇਸ਼ ਵੀ ਕਰ ਰਹੀ ਸੀ ਤਾਂ ਉਹ ਲੱਗਦਾ ਸੀ ਐਵੇਂ ਹੀ ਇਹ ਤਾਂ ਆਲੋਚਨਾ ਕਰੀ ਜਸਟ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ। ਇਹ ਆਲੋਚਨਾ ਲਈ ਹੋ ਰਹੀ ਹੈ, ਅਤੇ ਆਲੋਚਨਾ ਲਈ ਲੋਕ ਪਸੰਦ ਨਹੀਂ ਕਰਦੇ। ਆਲੋਚਨਾ 'ਚ ਸਾਰਥਕਤਾ ਹੋਣੀ ਚਾਹੀਦੀ। ਇਹਦਾ ਮਤਲਬ ਇਹ ਨਹੀਂ ਕਿ ਐਨਡੀਪੀ ਸਭ ਕੁਝ ਠੀਕ ਕਰ ਰਹੀ ਸੀ, ਬਹੁਤ ਕੁਝ ਸੀ ਜਿਨ੍ਹਾਂ ਮੁੱਦਿਆਂ ਨੂੰ ਚੱਕਿਆ ਜਾ ਸਕਦਾ ਸੀ, ਪਰ ਸਵਾਲ ਇਹ ਹੈ ਕਿ ਲਿਬਰਲ ਉਹਨਾਂ 'ਤੇ ਕੀ ਖੜੀ ਹੈ। ਜੇ ਤੁਸੀਂ ਕਿਸੇ ਨੂੰ ਤੁਸੀਂ ਗੈਸ ਪਾਈਪਲਾਈਨ 'ਤੇ ਚਲੇ ਜਾਓ, ਹੋਰਾਂ ਮਸਲਿਆਂ 'ਤੇ ਲਿਬਰਲ ਦੀ ਆਪਣੀ ਪਰਫਾਰਮੈਂਸ ਆ ਉਦੋਂ ਵੀ ਥੱਲੇ ਹੈ। ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰੋ, ਇਹਨਾਂ ਨੇ ਤਾਂ ਕਮਿਸ਼ਨ ਵੀ ਭੰਗ ਕਰਤਾ। ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ। ਸਮੱਸਿਆ ਤਾਂ ਇੱਥੇ ਆਉਂਦੀ ਸੀ। ਸੋ ਇਸ ਕਰਕੇ ਲੋਕਾਂ ਨੇ ਉਹੀ ਕੀਤਾ ਜੋ ਐਨਡੀਪੀ ਚਾਹੁੰਦੀ ਸੀ, ਪ੍ਰੀਮਨ ਹਾਰਗਨ ਚਾਹੁੰਦਾ ਸੀ। ਅੱਜ ਉਹ ਵੀ ਖੁਸ਼ ਹੈ ਅਤੇ ਉਹ ਵੀ ਖੁਸ਼ ਹੈ, ਪਰ ਹੁਣ ਅੱਗੇ ਜਿਹੜਾ ਇਮਤਿਹਾਨ ਹੈ ਉਹ ਬੜਾ ਵੱਡਾ, ਕਿਉਂਕਿ ਉੱਥੇ ਜਾ ਕੇ ਜਿਹੜਾ ਪਰਚਾ ਲੋਕਾਂ ਨੇ ਪਾਇਆ ਕਿ 55 ਸੀਟਾਂ ਦੇਤੀਆਂ, 55 ਤੋਂ 5 ਹੋਰ ਵਧਾਉਣੀਆਂ ਜਾਂ 55 ਤੋਂ 5 'ਤੇ ਆਉਣਾ। ਇਹ ਗੱਲ ਹੁਣ ਫੈਸਲਾ ਸਰਕਾਰ ਨੇ ਕਰਨਾ ਕਿ ਲੋਕਾਂ ਵਾਸਤੇ ਹੁਣ ਕਹਿਤਾ ਜੀ ਲੈਂਗਲੀ ਤੱਕ ਅਸੀਂ ਬਕਾਇਦਾ ਤੌਰ 'ਤੇ ਟਰਾਂਜ਼ਿਟ ਦਾ ਪ੍ਰਬੰਧ ਕਰਾਂਗੇ। ਠੀਕ ਹੈ, ਕਰੋ, ਚੰਗੀ ਗੱਲ ਹੈ। ਜੇ ਕਿਤੇ ਤੁਸੀਂ ਚਲਾ ਸਕਦੇ ਹੋ ਤਾਂ ਵਧੀਆ ਗੱਲ ਹੈ। ਹੁਣ ਤੱਕ ਜਿਹੜੀ ਬੱਸ ਜਾਂਦੀ ਸੀ ਜਾ ਕੇ 272 'ਤੇ ਉਤਰਨਾ, ਇਹ ਪਤਾ ਨਹੀਂ ਖੱਬੇ ਸੱਜੇ ਹੋ ਕੇ ਕਿੱਥੋਂ ਤੱਕ ਪਹੁੰਚਦੀ ਸੀ, ਸ਼ਾਮ ਤੱਕ ਪਹੁੰਚਣੀ ਜਦੋਂ ਨੂੰ ਬੰਦੇ ਦੇ ਮੁੜਨ ਦਾ ਟਾਈਮ ਹੋ ਜਾਂਦਾ ਸੀ। ਐਬਸਪੋਰਟ ਤੱਕ ਤਾਂ ਸਿੱਧਾ ਉਹ ਵੀ ਨਹੀਂ ਗਾ। ਫਿਰ ਤੁਸੀਂ ਹਾਈਵੇ ਇੰਨਾ ਜਿਹੜਾ ਚੌੜਾ ਕਰਨ ਦੀ ਗੱਲ ਹੈ, ਹੁਣ ਦੇਖਦੇ ਹਾਂ ਇਹ ਜੇ ਕਹਿੰਦੇ ਆ ਤਾਂ ਕਿੰਨਾ ਕੁ ਕਰਦੇ ਨੇ, ਪਹਿਲਾਂ ਹੀ ਪਲੈਨਿੰਗ ਉਹੋ ਜਿਹੀ ਹੋਵੇ। ਹੁਣ ਕਈ ਲਿਬਰਲ ਪਾਰਟੀ ਵਾਲੇ ਕੀ ਇਹਨੂੰ ਆਲੋਚਨਾ ਕਰਨਗੇ, ਉਹਦੇ ਵਿਧਾਇਕ ਤਾਂ ਕੀ ਕਰਦੇ ਸੀ, ਗਪੌੜ ਕੀ ਛੱਡਣੇ। ਅਸੀਂ ਜੀ ਸਾਨੂੰ ਬਣਾਓ ਅਤੇ ਅਸੀਂ ਬਣਾ ਕੇ ਕੀ ਕਰਾਂਗੇ, ਐਬਸਪੋਰਟ ਤੋਂ ਅੰਮ੍ਰਿਤਸਰ ਫਲਾਈਟ ਉਡਾ ਦਿਆਂਗੇ, ਕਿਉਂਕਿ ਉੱਥੇ ਵੋਟਾਂ ਹੀ ਸਾਨੂੰ ਪੈਣੀਆਂ, ਹੋਰ ਕੋਈ ਹੈ ਹੀ ਨਹੀਂ। ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਨਾਲ ਫਿਰੇ, ਉਹੀ ਗੱਲ ਹੈ ਨਾ। ਹੁਣ ਉਹ ਗਲੀਆਂ ਦੇ ਵਿੱਚ ਜਿੱਥੇ ਆ ਉੱਥੇ ਤਾਂ ਲਿਬਰਲ ਪਾਰਟੀ ਲੈ ਗਈ, ਆਪਣੇ ਮਾਪਦੰਡ ਪੂਰੇ ਕਰ ਗਈ, ਪਰ ਜਿੱਥੇ ਮੁਕਾਬਲਾ ਸੀ ਉੱਥੇ ਐਨਡੀਪੀ ਨੇ ਸੀਟਾਂ ਖੋਹ ਲਈਆਂ ਲਿਬਰਲ ਤੋਂ। ਹੁਣ ਲੈਂਗਲੀ ਦੇ ਵਿੱਚ ਮੈਰੀ ਪੋਲਕ ਦਾ ਹਾਰਨਾ ਇਹ ਮਹਿਣਾ ਰੱਖਦਾ, ਛੋਟੀ ਮੋਟੀ ਗੱਲ ਨਹੀਂ। ਜਿਹੜੀ ਪੱਕੀ ਸੀਟ ਸੀ ਉਹ ਵੀ ਉਹਨਾਂ ਤੋਂ ਖੁੰਝ ਗਈ, ਕਲੋਵਰਡੇਲ ਦੇ ਵਿੱਚ ਵੀ। ਸੋ ਇਹਦਾ ਕਾਰਨ ਇਹ ਹੈ ਕਿ ਲਿਬਰਲ ਨੂੰ ਹੁਣ ਆਪਣੀ ਹੋਂਦ ਬਚਾਉਣ ਲਈ ਸੋਚਣਾ ਪਏਗਾ। ਇਹ ਮੂੰਹ ਮਲਾਜ਼ਾ ਛੱਡ ਕੇ ਵਧੀਆ ਵਿਅਕਤੀ ਜਿਹੜੇ ਲੋਕਾਂ ਦੇ ਵਿੱਚੋਂ ਹੋਣ ਉਹਨਾਂ ਨੂੰ ਚੁਣਨਾ ਪਏਗਾ। ਚੰਗੇ ਵਿਅਕਤੀ ਹੋਣ। 100 ਕ੍ਰਿਟਿਸਿਜ਼ਮ ਕਰੀ ਜਾਣ ਕ੍ਰਿਸਟੀ ਕਲਾਰਕ ਦਾ, ਪਰ ਅੱਜ ਲੋਕ ਯਾਦ ਕਰਦੇ ਨੇ ਕਿ ਇਦੋਂ ਤਾਂ ਉਹ ਚੰਗੀ ਸੀ। ਲਿਬਰਲ ਪਾਰਟੀ ਵਾਲੇ ਹੁਣ ਇਹ ਗੱਲ ਕਰ ਰਹੇ ਨੇ, ਹਾਲਾਂਕਿ ਉਦੋਂ ਉਹਦੀਆਂ ਲੱਤਾਂ ਵੀ ਇਹਨਾਂ ਨੇ ਖਿੱਚੀਆਂ। ਸੱਚਾਈ ਇਹ ਹੈ ਕਿ ਜਿਸ ਤਰੀਕੇ ਨਾਲ ਠਿੱਬੀ ਲਾਇਆ, ਪਰ ਉਹਨੇ ਪਾਰਟੀ ਨੂੰ ਕਿੱਥੇ ਤੱਕ ਪਹੁੰਚਾ ਦਿੱਤਾ। ਇਹ ਗੱਲ ਅੱਜ ਜੇ ਲਿਬਰਲ ਨੂੰ, ਅੱਜ ਤਾਂ ਹੁਣ ਇਹਨਾਂ ਲਈ ਹੋਰ ਪੈਂਤੜਾ ਖੜਾ ਹੋ ਗਿਆ। BC ਕੰਜ਼ਰਵੇਟਿਵ ਵਾਲੇ ਹੌਲੀ ਹੌਲੀ ਖੁੰਬਾਂ ਵਾਂਗੂ ਉੱਗੀ ਜਾ ਰਹੇ ਨੇ। ਜੇ ਫੈਲ ਗਏ ਇਹ ਲਿਬਰਲ, ਫੈਡਰਲ ਲਿਬਰਲ ਤਾਂ ਹੈ ਹੀ ਨਹੀਂ, BC ਲਿਬਰਲ ਹੈ। ਅੱਧ ਪਚੱਦਾ ਵੀ ਨਹੀਂ ਇਹਨਾਂ ਕੋਲ ਬਚਣਾ, ਅੱਧਾ ਉਹ ਖਿੱਚ ਕੇ ਲੈ ਗਏ ਆਪੋ ਆਪਣਾ। ਸੋ ਇਸ ਕਰਕੇ ਥੋੜ੍ਹਾ ਜਿਹਾ ਇਹਨਾਂ ਨੂੰ ਨੀਤੀਆਂ ਵਧੀਆ ਬਣਾਉਣੀਆਂ ਪੈਣਗੀਆਂ। ਲੋਕਾਂ ਦੇ ਵਧੀਆ ਆਲੋਚਕ, ਸ਼ੈਡੋ ਕੈਬਨਿਟ ਇਹ ਵਧੀਆ ਬਣਾਉਣ ਤਾਂ ਕਿ ਉਹਦੇ ਵਿੱਚ ਵਧੀਆ ਪ੍ਰਬੰਧਕ ਇਹਨਾਂ ਦੇ ਆ ਸਕਣ। ਡਾਕਟਰ ਸਾਹਿਬ, ਆਖਰੀ ਸਵਾਲ, ਪੰਜਾਬੀ ਇੱਥੇ ਆ ਕੇ ਬਹੁਤ ਤਰੱਕੀ ਕਰ ਗਏ, ਚੰਗੀ ਗੱਲ ਆ। ਪੰਜਾਬੀ ਰਾਜਨੀਤੀ ਦੇ ਵਿੱਚ ਆ ਗਿਆ, ਕਿੱਥੇ ਕਿੱਥੇ ਤੱਕ ਪਹੁੰਚ ਕੇ, ਗੱਲ ਅਸੀਂ ਬੜੀ ਮਾਣ ਨਾਲ ਕਹਿੰਦੇ ਹਾਂ। ਦੂਜੇ ਪਾਸੇ ਪੰਜਾਬੀਆਂ ਦੀ ਜਿਸ ਕਿਸਮ ਦਾ ਆਪਣਾ ਸਾਡਾ ਸਟਾਈਲ ਆ ਇੱਕ ਰਾਜਨੀਤੀ ਕਰਨ ਦਾ, ਉਹਦੀ ਸਿਫਤ ਵੀ ਹੁੰਦੀ ਹੈ, ਉਹਦੀ ਆਲੋਚਨਾ ਵੀ ਹੁੰਦੀ ਹੈ। ਅਸੀਂ ਜਦੋਂ ਵੱਖ-ਵੱਖ ਕੰਪੇਨ ਆਫਿਸਿਸ ਦੇ ਵਿੱਚ ਜਾਂਦੇ ਸੀ ਇਸ ਇਲੈਕਸ਼ਨ ਦੇ ਦੌਰਾਨ ਕਵਰੇਜ ਦੇ ਲਈ, ਜਿਹੜਾ ਤਾਂ ਪੰਜਾਬੀ ਕੁਛ ਉਮੀਦਵਾਰ ਸੀ ਉਹਨਾਂ ਦੇ ਅੰਦਰ ਇੱਕ ਪਾਸੇ ਟਰੇ 'ਚ ਸਮੋਸੇ ਪਏ ਆ, ਇੱਕ ਪਾਸੇ ਭੁਜੀਆ ਬਦਾਨਾ ਪਿਆ, ਇੱਕ ਪਾਸੇ ਪਕੌੜੇ ਪਏ ਆ, ਇੱਧਰ ਮਤਲਬ ਚਾਹ ਪਾਣੀ ਸਾਰਾ ਕੁਛ ਚੱਲ ਰਿਹਾ। ਉਹ ਇੱਕ ਸਟਾਈਲ ਆ। ਇਹ ਸਾਡੀ ਤਾਕਤ ਵੀ ਆ, ਸਾਡੀ ਇੱਕ ਚੰਗੀ ਗੱਲ ਵੀ ਆ, ਅਤੇ ਇਹ ਗੱਲ ਕਿਤੇ ਨਾ ਕਿਤੇ ਜਾ ਕੇ ਕਮਜ਼ੋਰੀ ਵੀ ਬਣ ਰਹੀ ਹੈ। ਜਿਹੜੇ ਦੂਜੀ ਕਮਿਊਨਿਟੀ ਦੇ ਕੁਛ ਉਮੀਦਵਾਰ ਸੀ ਉਹਨਾਂ ਦੇ ਅਸੀਂ ਜਾਂਦੇ ਸੀ, ਉਹਨਾਂ ਦੇ 2 ਜਣੇ ਬੈਠੇ ਕੰਮ ਕਰਨ ਵਾਲੇ ਸੀ, ਫਾਈਲਾਂ ਕਾਗਜ਼ ਸਾਰਾ ਕੁਛ, ਅਤੇ ਇੱਕ ਜਣਾ ਉਹ ਆਪ ਕੋਈ ਵੀ ਨਹੀਂ ਸੀ ਉੱਥੇ। ਇਹ ਹੁਣ ਉਹਨਾਂ ਦੀ ਕਮਜ਼ੋਰੀ ਆ ਅਤੇ ਉਹਨਾਂ ਦੀ ਤਾਕਤ ਵੀ ਇਹੀ ਆ। ਕਿਤੇ ਨਾ ਕਿਤੇ ਰਾਜਨੀਤੀ ਥੋੜ੍ਹੀ ਜਿਹੀ ਗੰਧਲੀ ਹੋਈ ਆ ਪੰਜਾਬੀਆਂ ਦੀ, ਕੌਣ ਕਿਹਨੂੰ ਜਿਤਾ ਰਿਹਾ, ਕਿਹਦੇ ਪਿੱਛੇ ਕੌਣ ਜਿਤਾ ਰਿਹਾ, ਗਰੁੱਪਾਂ ਦੇ ਉਹ ਮੈਸੇਜ ਆ ਰਹੇ ਆ। ਤੁਹਾਡੇ ਐਬਸਪੋਰਟ ਦੇ ਵਿੱਚ ਬਹੁਤ ਪੰਜਾਬੀ ਖੜ੍ਹਦੇ ਸੀ ਕਿਸੇ ਸਮੇਂ ਦੇ ਵਿੱਚ, ਹੁਣ ਉੱਥੇ ਲੱਭਿਓ ਨਹੀਂ ਲੱਭਦੇ ਕੋਈ ਜਿਹੜਾ ਜਿੱਤਣ ਵਾਲਾ ਹੋਵੇ। ਕੀ ਸਰੀ ਦਾ ਇਹ ਹੱਲ ਹੋਊਗਾ? ਹੋਣਾ ਜੀ, ਬਿਲਕੁਲ। ਹੁਣ ਤਾਂ ਜੋ ਲੱਛਣ ਫੜੇ ਹੋਏ ਆ ਉਸ ਤੋਂ ਵੀ ਮਾੜਾ ਹੋ ਸਕਦਾ। ਜਦੋਂ ਬਾਹਰਲੀ ਮੁਖਾਲਫਤ ਦੇਖੋ ਦਿੱਲੀ ਤੋਂ ਬੈਠੇ ਕੋਈ ਬੰਦੇ ਇੱਥੇ ਇੰਟਰਫੇਅਰ ਕਰਨ, ਇੱਥੇ ਭਾਰਤ ਦੀ ਮੋਦੀ ਸਰਕਾਰ ਜਾਂ ਇਸ ਦੇ ਨਾਲ ਨਾਲ ਤੁਸੀਂ ਦੇਖੋ RSS ਦੇ ਬੰਦੇ ਇਹ ਕਹਿਣ ਕਿ ਆਹ 3 ਉਮੀਦਵਾਰ ਆ। ਮੈਂ ਹੈਰਾਨ ਹੋ ਗਿਆ ਉਸ ਵੇਲੇ ਸੁਣ ਕੇ ਕਿ ਓਪਨਲੀ ਕਹਿ ਰਿਹਾ ਜੀ ਆਹ 3 ਉਮੀਦਵਾਰ ਆ, ਅਸੀਂ ਇਹਨਾਂ 3 ਨੂੰ ਹਰਾਉਣਾ ਹੀ ਹਰਾਉਣਾ, ਕਿਉਂਕਿ ਇਹ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਨੇ, ਸਿੱਧੀ ਦਖਲਅੰਦਾਜ਼ੀ। ਯਾਰ ਹੱਦ ਹੋ ਗਈ। ਜਿਸ ਮੁਲਕ 'ਚ ਬੈਠੇ ਹੋ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਅਤੇ ਤੁਸੀਂ ਉੱਥੇ ਰਾਜਨੀਤੀ ਇੰਨੀ ਗੰਧਲੀ ਕਰ ਲਈ ਹੈ। ਇਸ ਕਿਸਮ ਦਾ ਹੌਸਲਾ, ਤੁਹਾਡੀ ਜੁਰਤ, ਮਜਾਲ ਕਿ ਤੁਸੀਂ ਇਹ ਕਹਿ ਸਕੋ ਕਿ ਤੁਸੀਂ ਕਿਉਂਕਿ ਇਹ ਗੱਲਾਂ ਕਰਦੇ ਹੋ, ਜਦ ਕਿ ਅਸੀਂ ਬਿਊਟੀ, ਇਹਦੀ ਵਿਲੱਖਣਤਾ ਇਹ ਕਹਿੰਦੇ ਹਾਂ ਕਿ ਸਾਡੀ ਵੰਨ-ਸੁਵੰਨਤਾ ਰਹੀ। ਸਮੋਸਾ ਖਾਣ ਜਾਂ ਇਹ ਕੱਟ ਦੀ ਗੱਲ, ਪ੍ਰਾਹੁਣਚਾਰ ਦੀ ਗੱਲ ਤਾਂ ਜਿੱਥੋਂ ਤੱਕ ਠੀਕ ਹੈ, ਪਰ ਜਿਨ੍ਹਾਂ ਦੇ 10 ਦਿਨ ਤੋਂ ਸਮੋਸੇ ਖਾਂਦੇ ਰਹੇ, ਸਮੋਸੇ ਹੀ ਮੁਕਾਏ ਆ, ਉਹਨਾਂ ਨੇ ਕੀਤਾ ਡੱਕਾ ਨਹੀਂ।
ਤੇ ਜਿੱਥੇ 2 ਜਾਣੇ ਬੈਠੇ ਹੁੰਦੇ ਸੀ, ਜੇ ਉੱਥੇ ਕੋਈ ਜਾ ਕੇ ਕਹਿੰਦਾ ਇਹਨਾਂ ਨੂੰ ਤਾਂ ਵੋਟ ਹੀ ਨਹੀਂ ਮਿਲਣੀ, ਇਹਦਾ ਮਤਲਬ ਉਹਨਾਂ ਦੇ ਡੱਬੇ ਤਾਂ ਖਾਲੀ ਹੁੰਦੇ, ਉਹਨਾਂ ਦੇ ਭਰੇ ਡੱਬੇ ਨਿਕਲੇ ਆ। ਇਹ ਗੱਲ ਸੋਚਣੀ ਪੈਣੀ ਆ, ਇਹ ਗੱਲ ਨੂੰ ਛੱਡੋ। ਠੀਕ ਆ, ਪ੍ਰਾਹੁਣਾਚਾਰੀ ਦਾ ਸਤਿਕਾਰ ਕਰੋ। ਇਹ ਠੀਕ ਹੈ, ਵੋਟਾਂ ਖਿੱਚੀਆਂ ਜਾ ਸਕਦੀਆਂ ਨੇ, ਬਾਰ-ਬਾਰ ਫੋਨ ਇੰਡੀਆ ਤੋਂ ਕਰਾਉਣੇ, ਇੱਥੋਂ ਕੁਛ ਕੰਪੇਨ ਆਫਿਸ 'ਚ ਬਾਹਰਲੇ ਬੰਦੇ ਬਿਠਾ ਕੇ ਕਰ ਲੈਣੇ, ਥੋੜ੍ਹਾ ਬਹੁਤਾ ਫਰਕ ਪੈਣਾ, ਪਰ ਬੰਦੇ ਬਣ ਕੇ ਕੰਮ ਕਰੋ। ਕੀ ਲੋੜ ਹੈ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਘੜਨ ਦੀ? ਚੰਗੇ ਕੰਮ ਕਰੋਗੇ ਤਾਂ ਮੈਨੂੰ ਲੱਗਦਾ ਮੋਹ ਸਹੂਲਤਾਂ ਦਾ ਉਹ ਸੈਂਟੈਂਸ ਅੱਜ ਸਾਰੇ ਹੀ ਪੋਲੀਟੀਸ਼ੀਅਨ ਨੂੰ ਯਾਦ ਰੱਖਣਾ ਚਾਹੀਦਾ। ਜਦੋਂ ਪਹਿਲੀ ਵਾਰ ਚੁਣੇ ਗਏ, ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਰੰਗਦਾਰ ਵਿਅਕਤੀ ਚੁਣਿਆ ਗਿਆ, ਉਹ ਕਹਿੰਦਾ ਮੈਂ ਜਿਸ ਥਾਂ ਤੋਂ ਚੁਣਿਆ ਗਿਆ ਵਿਕਟੋਰੀਆ ਦੇ ਉਸ ਏਰੀਏ 'ਚੋਂ, ਉੱਥੇ ਮੇਰੇ ਰੰਗ ਵਾਲੇ ਲੋਕ ਨਾ ਮਾਤਰ ਹੀ ਸੀ, ਮੈਨੂੰ ਸਾਰਿਆਂ ਨੇ ਚੁਣਿਆ ਕਿਉਂਕਿ ਮੈਂ ਕੰਮ ਉਹ ਕੀਤੇ। ਅੱਜ ਇਸ ਤਰ੍ਹਾਂ ਦੇ ਬਣ ਜਾਓ, ਫਿਰ ਇਹ ਨੁਮਾਇੰਦਗੀ ਵੀ ਮਿਲੇਗੀ, ਫਿਰ ਮਾਣ ਵੀ ਮਿਲਣਗੇ, ਨਹੀਂ ਤਾਂ ਫਿਰ ਅਖੀਰ ਨੂੰ ਜਿਹੜੀ ਹੈ ਖੁਆਰ ਹੋਣਾ ਹੀ ਪਏਗਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਅੱਜ ਸਮਾਂ ਕੱਢਿਆ ਖਾਸ ਤੌਰ 'ਤੇ, ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸ਼ੁਕਰੀਆ, ਮਿਹਰਬਾਨੀ। ਧੰਨਵਾਦ ਜੀ, ਸ਼ੁਕਰੀਆ ਜੀ। ਸ਼ੁਕਰੀਆ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਡਾਕਟਰ ਧਾਲੀਵਾਲ ਹੋਣਾ ਦੇ ਨਾਲ, ਤੁਸੀਂ ਡਾਕਟਰ ਗੁਰਿੰਦਰ ਸਿੰਘ ਹੋਣਾ ਦੇ ਨਾਲ, ਤੁਸੀਂ ਸਾਰਿਆਂ ਨੇ ਸੁਣੀ। ਕੁਝ ਨੁਕਤੇ ਆ ਜਿਹੜੇ ਇਲੈਕਸ਼ਨ ਤੋਂ ਬਾਅਦ ਇਮਾਨਦਾਰੀ ਦੇ ਨਾਲ ਅਸੀਂ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਖ-ਵੱਖ ਮੁੱਦਿਆਂ ਦੇ ਉੱਤੇ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।